ਬੰਦਾ ਜਦੋਂ ਇਹ ਸੋਚ ਰਿਹਾ ਕਿ ਮੈਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਵੀ ਹੁਣ ਮੈਂ ਠੀਕ ਨਹੀਂ ਹੋਣਾ ਬਹੁਤਾ, ਜਾਂ ਜਦ ਮੈਂ ਠੀਕ ਹੁੰਦਾ ਵੀ ਹਾਂ ਜਿਉਣਾ ਵੀ ਹਾਂ ਤਾਂ ਬੜਾ ਲਾਚਾਰੀ 'ਚ ਜਿਉਣਾ ਹੈ ਨਾ, ਜਾਂ ਬੈੱਡ 'ਤੇ ਰਹਿਣਾ ਜਾਂ ਕੁਛ ਵੀ ਇਸ ਤਰ੍ਹਾਂ ਦਾ, ਤਾਂ ਉਦੋਂ ਕੀ ਸੋਚਦਾ ਹੋਊਗਾ ਜਦੋਂ ਅੰਤਲੇ ਦਿਨ ਨੇੜੇ ਆਉਂਦੇ ਨੇ ਜਾਂ ਬੰਦਾ ਜਾਂਦਾ ਸੰਸਾਰ ਤੋਂ, ਤਾਂ ਉਹ ਸਾਰੇ ਪਲ ਜਦੋਂ ਤੁਸੀਂ ਨੇੜਿਓਂ ਵੇਖਦੇ ਹੈ ਨਾ, ਫਾਦਰ ਸਾਹਿਬ ਦਾ ਬਿਮਾਰ ਹੋਣਾ, ਹੌਸਪੀਟਲ ਜਾਣਾ, ਔਰ ਲਾਸਟ 'ਤੇ ਮਤਲਬ ਉਹ ਘੜੀ ਹੈ ਨਾ ਵੀ ਜਦੋਂ ਆਖਰੀ ਸਾਹ ਲਿਆ। ਕਹਾਣੀਕਾਰ ਹੋਣ ਕਰਕੇ ਔਰ ਮਨੋਵਿਗਿਆਨਕ ਕਹਾਣੀ ਲਿਖਣ ਦੀ ਇੱਕ ਮੇਰੀ ਹੈਗੀ, ਮੇਰਾ ਟ੍ਰੇਡ, ਮੇਰਾ ਫੀਲਡ, ਤਾਂ ਉਹਦੇ ਸਿੱਟੇ ਵਜੋਂ ਨਾ ਇੱਕ ਖਣਕ ਸੀਗੀ। ਮੈਂ ਇਵੇਂ ਵੀ ਸੋਚਦਾ ਸੀਗਾ ਵੀ ਉਹ ਕਿੱਦਾਂ ਸੋਚਦੇ ਹੋਣ, ਹੋਰ ਤਰ੍ਹਾਂ ਦਾ ਸੋਚਣ ਦਾ ਢੰਗ ਆ, ਸਾਡੀ ਪੀੜ੍ਹੀ ਦਾ ਹੋਰ ਸੀਗਾ, ਸਾਡੇ ਤੋਂ ਪਿਛਲੀ ਪੀੜ੍ਹੀ ਦਾ ਹੋਰ ਸੀਗਾ। ਸੋ ਇਹ ਵੀ ਇੱਕ ਸ਼ਾਇਦ ਵਜ੍ਹਾ ਹੁੰਦੀ ਹੋਵੇ। 2 ਫਿਲਮਾਂ ਬਣ ਗਈਆਂ ਬਾਈ ਦੀ ਕਹਾਣੀਆਂ ਤੇ, ਹੈ ਨਾ, ਉਹਨਾਂ ਦਾ ਜ਼ਿਕਰ ਵੀ ਕਰੀਏ। ਇੱਕ ਤਾਂ ਆਪਣੇ ਮਿੱਤਰ ਜਗਜੀਤ ਗਿੱਲ ਹੋਣਾ ਨੇ ਬਣਾਈ ਆ ਦੂਰ ਕਰ ਨਾਮ ਤੋਂ, ਤੇ ਇੱਕ ਭਗਵੰਤ ਕੰਗ ਹੋਣਾ ਨੇ ਬਣਾਈ, ਹੈ ਨਾ। ਦੇਖੋ ਨਾ ਬਾਲ ਕਹਾਣੀਆਂ ਦਾ ਜਿਹੜਾ ਜਨਰ ਆ ਉਹਦੇ 'ਚ ਤੁਸੀਂ ਬਹੁਤ ਅਫਲਾਤੂਨੀ ਗੱਲਾਂ ਕਰਦੇ ਆ। ਜੇ ਪ੍ਰੈਕਟੀਕਲੀ ਤੁਸੀਂ ਕਰਨ ਤੇ ਆ ਜਾਓ ਤਾਂ ਤੁਸੀਂ ਕਹੋਗੇ ਕਿਵੇਂ ਪੋਸੀਬਲ ਆ। ਜਾਣਕਾਰੀ ਔਰ ਲਿਟਰੇਚਰ ਦਾ ਜਿਹੜਾ ਬੇਸਿਕ ਫਰਕ ਆ ਉਹ ਇਹ ਆ ਕਿ ਲਿਟਰੇਚਰ ਦੇ ਵਿੱਚ ਅਹਿਸਾਸ ਜਿਉਂਦੇ ਨੇ ਵੀ ਕਦੇ 84 ਆ ਗਿਆ, ਕਦੇ 47 ਆ ਗਿਆ, ਕਦੇ ਫਲਾਨਾ ਆ ਗਿਆ, ਵੀ ਅਸੀਂ ਲਿਖਣ ਪੜ੍ਹਨ ਵੱਲੇ ਉਹਨਾਂ ਹੋ ਹੀ ਨਹੀਂ ਸਕੇ, ਸਾਨੂੰ ਵੇਲ ਹੀ ਨਹੀਂ ਮਿਲੀ। ਪਲੱਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੇਰੇ ਯਾਨੀ ਕਿ ਗੁਰਦੇਵ ਧਾਲੀਵਾਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਹਰ ਵਾਰ ਇੱਕ ਨਵਾਂ ਐਪੀਸੋਡ ਲੈ ਕੇ ਆਉਂਦੇ ਹਾਂ ਤੇ ਉਸ ਐਪੀਸੋਡ ਦੇ ਵਿੱਚ ਕਿਸੇ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਸੋ ਅੱਜ ਸਾਡੇ ਨਾਲ ਮੁਲਾਕਾਤ ਕਰਨ ਲਈ ਮੌਜੂਦ ਨੇ ਬਾਈ ਸਿਮਰਨ ਧਾਲੀਵਾਲ ਹੋਣੀ। ਸਿਮਰਨ ਧਾਲੀਵਾਲ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਖਾਸ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ, ਖਾਸ ਕਰਕੇ ਕਹਾਣੀ ਦੇ ਖੇਤਰ ਵਿੱਚ ਉਹਨਾਂ ਦਾ ਨਾਮ ਬੜੇ ਮਾਣ ਸਤਿਕਾਰ, ਇੱਜ਼ਤ ਤੇ ਪਿਆਰ ਨਾਲ ਲਿਆ ਜਾਂਦਾ। ਸੋ ਬਾਈ ਦੀ ਜਦੋਂ ਪਹਿਲੀ ਕਿਤਾਬ ਆਉਂਦੀ ਹੈ ਆਸ ਅਜੇ ਬਾਕੀ, ਤਾਂ ਪਹਿਲੀ ਹੀ ਕਿਤਾਬ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਿਹੜਾ ਉਹ ਵੱਡਾ ਇਨਾਮ ਦੇ ਕੇ ਨਵਾਜਿਆ ਗਿਆ। ਉਸ ਤੋਂ ਬਾਅਦ ਉਹਨਾਂ ਦੀ ਦੂਜੀ ਕਿਤਾਬ ਜਿਹਨੂੰ ਕਿ ਢਾਹਾਂ ਅਵਾਰਡ ਮਿਲਦਾ ਹੈ। ਸੋ ਬਾਈ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਦੇ ਹਾਂ। ਸੋ ਬਾਈ ਜੀ ਮੋਟਰ 'ਤੇ ਬੈਠੇ ਨੇ, ਆਓ ਚੱਲਦੇ ਉਹਨਾਂ ਕੋਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਬਹੁਤ ਅੱਛਾ, ਔਰ ਤੁਹਾਡਾ ਸਵਾਗਤ, ਐਡੀ ਦੂਰ ਤੁਸੀਂ ਚੱਲ ਕੇ ਆਏ ਸਾਡੇ ਕੋਲੇ। ਔਰ ਮੈਂ ਤੁਹਾਡੀ ਇੰਟਰਵਿਊ ਕਰ ਰਿਹਾ ਗੁਰਦੇਵ ਧਾਲੀਵਾਲ ਤੇ ਸਿਮਰਨ ਧਾਲੀਵਾਲ ਦੀ, ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਅੱਛਾ, ਚੰਗਾ ਲੱਗਦਾ। ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਹ ਕਿਸੇ ਵਿਦਵਾਨ ਦਾ ਕਥਨ ਹੈ ਨਾ, ਗੱਲਾਂ ਤੁਹਾਨੂੰ ਬਹੁਤ ਸੋਝਮਈ ਬਣਾਉਂਦੀਆਂ, ਤਾਂ ਗੱਲਾਂ ਦੇ ਸਵਾਬਰ ਚਾਹੁੰਦੇ ਰਹਿਣਾ ਚਾਹੀਦਾ ਮੇਰੇ ਖਿਆਲ ਨਾਲ। ਜੀ ਦੋਸਤੋ, ਅੱਜ ਦੀ ਇਹ ਗੱਲਬਾਤ ਜਾਂ ਇੰਟਰਵਿਊ ਕਹਿ ਲਓ, ਮੇਰੇ ਲਈ ਬਹੁਤ ਹੀ ਜ਼ਿਆਦਾ ਸੌਖੀ ਹੈ ਤੇ ਬਹੁਤ ਹੀ ਜ਼ਿਆਦਾ ਟਫ ਆ। ਸੌਖੀ ਇਸ ਕਰਕੇ ਕਿ ਬਾਈ ਨੂੰ ਮੈਂ ਬਚਪਨ ਤੋਂ ਜਾਣਦਾ, ਮੇਰਾ ਗਰਾਈ ਆ ਬਾਈ, ਤੇ ਅਸੀਂ ਇਕੱਠੇ ਪੜ੍ਹੇ ਤਾਂ ਨਹੀਂ ਪਰ ਬਹੁਤ ਕੁਝ ਨੇੜਿਓਂ ਅਸੀਂ ਇੱਕ ਦੂਜੇ ਨੂੰ ਬਹੁਤ ਦੇਖਿਆ ਬਚਪਨ 'ਚ, ਹੈ ਨਾ। ਤੇ ਔਖੀ ਵੀ ਸ਼ਾਇਦ ਇਸੇ ਕਰਕੇ ਕਿ ਮੈਂ ਬਾਈ ਬਾਰੇ ਬਾਹਲਾ ਕੁਝ ਜਾਣਦਾ। ਹੁਣ ਮੈਂ ਇਹ ਸੋਚ ਰਿਹਾ ਵੀ ਕੈਮਰੇ 'ਤੇ ਕਿੰਨੀ ਕੁ ਗੱਲ ਕਰਨੀ ਆ, ਕਿੰਨੀ ਨਹੀਂ ਕਰਨੀ, ਹੈ ਨਾ, ਕਿਉਂਕਿ ਬਚਪਨ 'ਚ ਬਾਈ ਨੂੰ ਕਿਸ ਨਾਮ ਨਾਲ ਸੱਦਿਆ ਜਾਂਦਾ ਸੀ, ਸਿੱਧੇ ਨਾਮ ਦੇ ਨਾਲ ਪੁੱਠੇ ਨਾਮ ਵੀ ਕਿਹੜੇ ਸੀ ਮੈਨੂੰ ਨਹੀਂ ਪਤਾ। ਸੋ ਕੋਸ਼ਿਸ਼ ਕਰਾਂਗੇ ਵੀ ਅੱਜ ਗੈਰ ਰਸਮੀ ਜੀ ਗੱਲਬਾਤ ਕਰੀਏ, ਹੈ ਨਾ, ਕੋਈ ਫਾਰਮੈਲਿਟੀ ਨਾ ਹੋਵੇ। ਸੋ ਤੇ ਨਾਲ ਦੀ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਦੀ ਜਿਹੜੀ ਇਹ ਇੰਟਰਵਿਊ ਆ, ਇਹ ਮੈਂ ਸਮਰਪਿਤ ਕਰਦਾ ਸਰਦਾਰ ਹਰਭਜਨ ਸਿੰਘ ਧਾਲੀਵਾਲ ਹੋਣੀ, ਜਿਹੜੇ ਕਿ ਸਿਮਰਨ ਧਾਲੀਵਾਲ ਦੇ ਪਿਤਾ ਜੀ ਸਨ, ਜਿਹੜੇ ਹੁਣ ਸਾਡੇ ਵਿਚਕਾਰ ਨਹੀਂ ਰਹੇ। ਪਿਛਲੇ ਸਵਾ ਕੁ ਸਾਲ ਪਹਿਲਾਂ ਦੁਸ਼ਹਿਰੇ ਵਾਲੇ ਦਿਨ ਉਹਨਾਂ ਦਾ ਦੇ ਦੁਸ਼ਹਿਰੇ ਦੇ ਨੇੜੇ ਤੇੜੇ ਦੁਸ਼ਹਿਰੇ ਵਾਲੇ ਦਿਨ ਉਹਨਾਂ ਦਾ, ਹੈ ਨਾ, ਭੋਗ ਸੀਗਾ। ਸੋ ਬਹੁਤ ਚੰਗੇ ਇਨਸਾਨ ਸਨ, ਮੈਂ ਤਾਂ ਬਹੁਤ ਨੇੜਿਓਂ ਦੇਖਿਆ ਉਹਨਾਂ ਨੂੰ। ਸੋ ਸਿਮਰਨ ਦੀਆਂ ਕਹਾਣੀਆਂ ਦੇ ਵਿੱਚ ਵੀ ਬਾਪੂ ਦਾ ਜ਼ਿਕਰ ਆਉਂਦਾ, ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਬਾਪੂ, ਹਾਲਾਂਕਿ ਇਹਨੇ ਵੱਖਰੀ ਵੱਖਰੀ ਸ਼ੇਡ ਦੇ ਵਿੱਚ ਬਾਪੂ ਦੇ ਕਰੈਕਟਰ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਪਤਾ ਹੁੰਦਾ ਸੀ ਵੀ ਇਹ ਬਾਪੂ ਕਿਤੇ ਨਾ ਕਿਤੇ ਆਪਣਾ ਹੀ। ਉਹਨਾਂ ਦੇ ਜਾਣ ਦੇ ਪਿੱਛੋਂ, ਰੁਖਸਤ ਹੋਣ ਦੇ ਪਿੱਛੋਂ ਆਰਟੀਕਲ ਵੀ ਲਿਖਿਆ ਬਾਪੂ ਬਾਰੇ। ਸੋ ਮੈਂ ਚਾਹੁੰਦਾ ਵੀ ਪਹਿਲਾਂ ਬਾਪੂ ਬਾਰੇ ਥੋੜ੍ਹਾ ਜਿਹਾ ਆਪਾਂ ਜ਼ਿਕਰ ਕਰੀਏ, ਯਾਦ ਕਰੀਏ ਉਹਨਾਂ ਨੂੰ। ਉਹ ਚੀਜ਼ਾਂ ਨਾ ਬਹੁਤ ਅਚੇਤ ਮੈਨੂੰ ਲੱਗਦਾ ਕਿ ਹੁੰਦੀਆਂ ਰਹੀਆਂ। ਮੈਂ ਜਿਵੇਂ ਸਾਡੀ ਪਰੰਪਰਾ 'ਚ ਸ਼ਾਮਲ ਆ, ਸਾਡੇ ਇੱਥੇ ਪਿਓ ਪੁੱਤ ਦੇ ਵਿੱਚ ਬਹੁਤ ਥਾਵਾਂ 'ਤੇ ਇੱਕ ਚੁੱਪ ਰਹਿੰਦੀ ਆ। ਮੈਂ ਦੇਖਦਾ ਸੀਗਾ ਵੀ ਮੇਰੇ ਔਰ ਮੇਰੇ ਫਾਦਰ ਦੇ ਵਿਚਾਲੇ ਵੀ ਬਹੁਤ ਥੋੜ੍ਹਾ ਡਾਇਲੌਗ ਸੀਗਾ। ਇੰਨਾ ਥੋੜ੍ਹਾ ਡਾਇਲੌਗ ਕਿ ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਕਈ ਵਾਰ ਗੱਡੀ ਗੁੱਡੀ 'ਤੇ ਜਾਂਦਿਆਂ ਅਸੀਂ ਮਤਲਬ ਕੋਈ 150 ਕਿਲੋਮੀਟਰ ਦਾ ਸਫ਼ਰ ਇੱਕ ਲਫ਼ਜ਼ ਵੀ ਸਾਂਝਾ ਕੀਤੇ ਬਿਨਾਂ ਜਿਹੜਾ ਉਹ ਕਰ ਲੈਂਦੇ ਸੀਗੇ। ਬਹੁਤ ਮੁੱਲ ਦਾ ਬੋਲਦੇ ਸੀਗੇ। ਤੇ ਉਹ ਚੀਜ਼ਾਂ
ਜਦੋਂ ਪੈਰਲਰ ਕਹਾਣੀ ਚਾਹੁੰਦੀਆਂ ਰਹੀਆਂ ਬਾਪੂ ਦੇ ਰੰਗ, ਜ਼ਰੂਰੀ ਨਹੀਂ ਸੀਗਾ ਖੈਰ ਕਿ ਜਿਵੇਂ ਤੁਸੀਂ ਕਿਹਾ ਕਿ ਉਹ ਆਪਣਾ ਬਾਪੂ ਸੀਗੇ ਜਾਂ ਉਹ ਵੀ ਨਹੀਂ ਸੀਗਾ, ਪਰ ਪਤਾ ਨਹੀਂ ਕਿਉਂ ਮਤਲਬ ਬਾਪੂ ਦਾ ਕਰੈਕਟਰ ਬਹੁਤ ਕਹਾਣੀਆਂ 'ਚ ਆਇਆ। 2 4 5 ਕਹਾਣੀਆਂ ਤਾਂ ਘੱਟੋ ਘੱਟ ਅਸੀਂ ਜੇ ਨਾਂ ਲੈਣਾ ਹੋਵੇ ਰੈਫਰੈਂਸ ਦੇਣੇ ਹੁਣ ਦਿੱਤੇ ਜਾ ਸਕਦੇ ਨੇ। ਤਾਂ ਉਹ ਅਚੇਤ ਆਉਂਦਾ ਰਿਹਾ, ਬਹੁਤ ਅਚੇਤ ਆਉਂਦਾ ਰਿਹਾ। ਮਤਲਬ ਮੈਨੂੰ ਖੁਦ ਵੀ ਕਦੇ ਨਹੀਂ ਸੀ ਲੱਗਦਾ। ਹੁਣ ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਫਾਦਰ ਸਾਹਿਬ ਦੀ ਮੌਤ ਤੋਂ ਬਾਅਦ, ਜਾਂ ਤੁਸੀਂ ਜਿਹੜੇ ਰੇਖਾ ਚਿੱਤਰ ਦੀ ਗੱਲ ਕੀਤੀ, ਜਦੋਂ ਐਸੇ ਹਵਾਲੇ ਮੈਂ ਦੇਖਦਾ ਤਾਂ ਫਿਰ ਇਹ ਗੱਲ ਲੱਗਦੀ ਆ ਕਿ ਬੇਸਿਕਲੀ ਕਿਤੇ ਅੰਦਰੋਂ ਮੋਹ ਸੀਗਾ। ਬੇਸ਼ੱਕ ਡਾਇਲੌਗ ਬਹੁਤ ਥੋੜਾ ਸੀਗਾ, ਬੇਸ਼ੱਕ ਇਕੱਠਿਆਂ ਬੈਠਣਾ ਜਾਂ ਉਸ ਕਿਸਮ ਦੀ ਕੋਈ ਦੋਸਤੀ ਵਰਗਾ ਉਹ ਕੁਝ ਨਹੀਂ ਸੀਗਾ। ਉਹ ਸ਼ਾਇਦ ਪੀੜ੍ਹੀ ਪਾੜੇ ਦੀਆਂ ਗੱਲਾਂ ਨੇ, ਮੈਨੂੰ ਲੱਗਦਾ ਇੱਕ ਜਨਰੇਸ਼ਨ ਗੈਪ ਜਿਹਨੂੰ ਤੁਸੀਂ ਕਹਿੰਦੇ ਆ, ਸ਼ਾਇਦ ਉਹਦੀਆਂ ਗੱਲਾਂ ਸੀਗੀਆਂ। ਪਰ ਕਿਤੇ ਨਾ ਅਚੇਤ ਇੱਕ ਡੂੰਘਾ ਮੋਹ ਸੀਗਾ। ਫਿਰ ਚਲੋ ਉਹ ਸਾਰਿਆਂ ਨਾਲ ਹੀ ਸ਼ਾਇਦ ਵਾਪਰਦਾ ਜ਼ਿੰਦਗੀ 'ਚ, ਜਦੋਂ ਅੰਤਲੇ ਦਿਨ ਨੇੜੇ ਆਉਂਦੇ ਨੇ ਜਾਂ ਬੰਦਾ ਜਾਂਦਾ ਸੰਸਾਰ ਤੋਂ, ਤਾਂ ਉਹ ਸਾਰੇ ਪਲ ਜਦੋਂ ਤੁਸੀਂ ਨੇੜਿਓਂ ਵੇਖਦੇ ਹੈ ਨਾ, ਫਾਦਰ ਸਾਹਿਬ ਦਾ ਬਿਮਾਰ ਹੋਣਾ, ਹੌਸਪੀਟਲ ਜਾਣਾ, ਔਰ ਲਾਸਟ 'ਤੇ ਮਤਲਬ ਉਹ ਘੜੀ ਹੈ ਨਾ ਵੀ ਜਦੋਂ ਆਖਰੀ ਸਾਹ ਲਿਆ ਤਾਂ ਉਹ ਮੈਂ ਕੋਲ ਸੀਗਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਫਿਰ ਤੁਹਾਨੂੰ ਭਾਵੁਕ ਕਰਦੀਆਂ, ਔਰ ਤੁਹਾਨੂੰ ਫਿਰ ਸਮਝ ਆਉਂਦਾ ਕਿ ਤਾਂ ਉਹ ਇੰਜ ਸੀਗਾ। ਅਚੇਤ ਉਹ ਚੀਜ਼ਾਂ ਵਾਪਰਦੀਆਂ ਰਹੀਆਂ। ਅਚੇਤ ਮੇਰੇ ਕੋਲੋਂ ਉਹ ਇੱਕ ਕਰੈਕਟਰ ਬਾਰ-ਬਾਰ ਬਣਦਾ ਰਿਹਾ। ਤਾਂ ਉਹ ਰੇਖਾ ਚਿੱਤਰ ਲਿਖਣ ਪਿੱਛੇ ਵੀ ਇਹੀ ਸੀਗਾ ਕਿ ਮੇਰਾ ਐਕਸਪ੍ਰੈਸਿਵ ਨਹੀਂ ਸੀਗਾ ਉਦੋਂ ਕੁਝ ਵੀ ਉਹਨਾਂ ਦੇ ਨਾਲ, ਹਨ ਜਿਵੇਂ ਮੈਂ ਡਾਇਲੌਗ ਦੀ ਗੱਲ ਕੀਤੀ, ਬੋਲ ਕੇ ਨਹੀਂ ਸੀਗਾ, ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਫੀਲ ਤਾਂ ਤੁਸੀਂ ਕਰਦੇ ਹੀ ਆ ਨਾ। ਔਰ ਮੈਂ ਉਹ ਲਾਸਟ ਵਾਲੇ ਦਿਨਾਂ 'ਚ ਉਹਨਾਂ ਦੇ ਬਿਮਾਰ ਹੋਣ ਦੇ ਦੌਰਾਨ ਦੀਆਂ ਸਾਰੀਆਂ ਚੀਜ਼ਾਂ ਜੋ ਮਹਿਸੂਸ ਕੀਤਾ, ਜਿੱਦਾਂ ਮਹਿਸੂਸ ਕੀਤਾ, ਔਰ ਮੈਂ ਫਿਰ ਇਹ ਵੀ ਸੋਚਦਾ ਸੀਗਾ ਵੀ ਉਹ ਕਿੱਦਾਂ ਸੋਚਦੇ ਹੋਣਗੇ, ਕਿਉਂਕਿ ਕਹਾਣੀਕਾਰ ਹੋਣ ਕਰਕੇ ਔਰ ਮਨੋਵਿਗਿਆਨਕ ਕਹਾਣੀ ਲਿਖਣ ਦੀ ਇੱਕ ਮੇਰੀ ਹੈਗੀ, ਮੇਰਾ ਟ੍ਰੇਡ, ਮੇਰਾ ਫੀਲਡ, ਤਾਂ ਉਹਦੇ ਸਿੱਟੇ ਵਜੋਂ ਨਾ ਇੱਕ ਖਣਕ ਸੀਗੀ। ਮੈਂ ਇਵੇਂ ਵੀ ਸੋਚਦਾ ਸੀਗਾ ਵੀ ਉਹ ਕਿੱਦਾਂ ਸੋਚਦੇ ਹੋਣਗੇ ਵੀ ਹਸਪੀਟਲ ਦੇ ਬੈੱਡ 'ਤੇ ਪਿਆ, ਜਾਂ ਜਦੋਂ ਅਸੀਂ, ਹਾਲਾਂਕਿ ਕਿਹਾ ਜਾਂਦਾ ਨਾ ਵੀ ਤੁਸੀਂ ਬਿਮਾਰ ਬੰਦੇ ਕੋਲੇ ਉਸ ਤਰ੍ਹਾਂ ਦੀ ਗੱਲ ਨਹੀਂ ਕਰਨੀ, ਪਰ ਫਿਰ ਵੀ ਕਦੇ ਨਾ ਕਦੇ ਡਾਕਟਰਾਂ ਦੇ ਮਾਧਿਅਮ ਨਾਲ ਜਾਂ ਕਿਸੇ ਵੀ ਤਰ੍ਹਾਂ ਗੱਲ ਕਿਤੇ ਤਾਂ ਹੁੰਦੀ ਸੀਗੀ ਵੀ ਤੁਹਾਨੂੰ ਵੀ ਜੋ ਮਸਲਾ ਹੋ ਗਿਆ ਵੀ ਇਹ ਠੀਕ ਹੋਣ ਵਾਲਾ ਨਹੀਂ, ਜਾਂ ਜੋ ਵੀ ਵਾਟਐਵਰ। ਤਾਂ ਬੰਦਾ ਜਦੋਂ ਇਹ ਸੋਚ ਰਿਹਾ ਕਿ ਮੈਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਵੀ ਹੁਣ ਮੈਂ ਠੀਕ ਨਹੀਂ ਹੋਣਾ ਬਹੁਤਾ, ਜਾਂ ਮੈਂ ਠੀਕ ਹੁੰਦਾ ਵੀ ਆ, ਜਿਉਣਾ ਵੀ ਆ ਤਾਂ ਬੜਾ ਲਾਚਾਰੀ 'ਚ ਜਿਉਣਾ ਹੈ ਨਾ, ਜਾਂ ਬੈੱਡ 'ਤੇ ਰਹਿਣਾ, ਜਾਂ ਕੁਛ ਵੀ ਇਸ ਤਰ੍ਹਾਂ ਦਾ, ਤਾਂ ਉਦੋਂ ਕੀ ਸੋਚਦਾ ਹੋਊਗਾ। ਸੋ ਸਾਰੀਆਂ ਚੀਜ਼ਾਂ ਮੇਰੇ ਜ਼ਿਹਨ 'ਚ ਘੁੰਮਦੀਆਂ ਸੀਗੀਆਂ। ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ ਦੇ ਚੱਕਰ 'ਚ ਮੈਂ ਉਹ ਆਰਟੀਕਲ ਲਿਖਿਆ ਕਿ ਕਿੱਦਾਂ ਮੈਂ ਸੋਚਦਾ। ਹਾਲਾਂਕਿ ਉਹ ਬਹੁਤ ਸਾਰਾ ਕੁਝ ਉਹਦੇ 'ਚ ਨਹੀਂ ਸ਼ਾਇਦ ਲਿਖਿਆ ਗਿਆ ਹੋਊਗਾ, ਬਹੁਤ ਸਾਰੀਆਂ ਗੱਲਾਂ ਬਾਅਦ ਵਿੱਚ ਲੱਗੀਆਂ ਕਿ ਆਹ ਵੀ ਗੱਲ ਹੋ ਸਕਦੀ, ਆਹ ਵੀ ਗੱਲ ਹੋ ਸਕਦੀ। ਤਾਂ ਫਿਰ ਉਹ ਇਹੀ ਆ ਕਿ ਹੁਣ ਵੀ ਕਿਹੜਾ ਕੁਝ ਮੁੱਕ ਗਿਆ, ਹੋਰ ਜੇ ਕਹਾਣੀਆਂ ਲਿਖਦੇ ਰਹਿਣਾ। ਉਹ ਸਕੀਰਤ ਹੁਣੀ ਮੈਨੂੰ ਕਹਿ ਰਹੇ ਸੀ ਵੀ ਉਹ ਆਰਟੀਕਲ ਪੜ੍ਹ ਕੇ, ਸਕੀਰਤ ਆਨੰਦ ਹੁਣੀ, ਕਿ ਤੁਸੀਂ ਮਤਲਬ ਇਸ ਅਹਿਸਾਸ ਨੂੰ ਕਿਸੇ ਕਹਾਣੀ 'ਚ ਫੜੋ। ਤਾਂ ਯਕੀਨਨ ਕਦੇ ਹੋ ਸਕਿਆ, ਕਿਉਂਕਿ ਕਹਾਣੀ ਮਿੱਥ ਕੇ ਨਹੀਂ ਲਿਖੀ ਜਾਂਦੀ, ਜੇ ਕਦੇ ਹੋ ਸਕਿਆ ਤਾਂ ਯਕੀਨਨ ਉਸ ਅਹਿਸਾਸ ਨੂੰ ਫੜਨ ਦੀ ਕੋਸ਼ਿਸ਼ ਕਰੂੰਗਾ, ਔਰ ਫਿਰ ਤੁਸੀਂ ਸ਼ਾਇਦ ਵੱਧ ਸਮਝ ਸਕੋਗੇ। ਜਿਵੇਂ ਤੁਸੀਂ ਕਿਹਾ ਕਿ ਮੈਂ ਕਿਉਂਕਿ ਸਾਰਾ ਕੁਝ ਨੇੜਿਓਂ ਦੇਖਿਆ ਜਾਂ ਜਾਣਦਾ, ਜਾਂ ਸਾਰੀਆਂ ਗੱਲਾਂ, ਤਾਂ ਉਹ ਫਿਰ ਦੇਖਾਂਗੇ ਕਿਹੜਾ ਰੰਗ ਉੱਭਰ ਕੇ ਸਾਹਮਣੇ ਆਉਂਦਾ। ਅੱਛਾ, ਤੁਸੀਂ ਗੱਲ ਕਰੀ ਕਿ ਮਨੋਵਿਗਿਆਨਕ ਕਹਾਣੀਆਂ ਲਿਖਣ ਦਾ ਤੁਹਾਡਾ ਜੋਨਰ ਹੈ ਨਾ? ਹਾਂ, ਬਿਲਕੁਲ। ਤੇ ਮੈਂ ਵੀ ਦੇਖਿਆ ਬਚਪਨ 'ਚ ਜਦੋਂ ਮੁੰਡੇ ਖੇਡਦੇ ਹੁੰਦੇ ਉਸ ਉਮਰ ਦੇ ਵਿੱਚ, ਹੈ ਨਾ, ਜਦੋਂ ਗੁੱਲੀ ਡੰਡਾ ਖੇਡਦੇ ਨੇ, ਪਿੱਠੂ ਗਰਮ ਖੇਡਦੇ ਨੇ, ਛੂਹਣ ਛਪਾਈ, ਪਤਾ ਨਹੀਂ ਕੀ ਕੁਛ, ਹੈ ਨਾ, ਉਹਨਾਂ ਦੇ ਵਿੱਚ ਵੀ, ਉਹਨਾਂ ਸਮਿਆਂ 'ਚ ਵੀ ਮੈਂ ਤੁਹਾਨੂੰ ਗੰਭੀਰ ਦੇਖਿਆ, ਹੈ ਨਾ। ਔਰ ਕਾਲਜ ਪੜ੍ਹਨ ਵਾਲੀ ਉਮਰ, ਜਦੋਂ ਮੁੰਡੇ ਕੁੜੀਆਂ ਉਸ ਤਰ੍ਹਾਂ ਸਮਝਦੇ ਨੇ ਵੀ ਸਾਨੂੰ ਇੱਕ ਤਰ੍ਹਾਂ ਦੀ ਆਜ਼ਾਦੀ ਮਿਲ ਗਈ, ਹੈ ਨਾ। ਚਲੋ ਐਸ਼ਪ੍ਰਸਤੀ ਸ਼ਬਦਾਂ ਮੈਂ ਨਹੀਂ ਯੂਜ਼ ਕਰਾਂਗਾ, ਵੀ ਮਤਲਬ ਆਪਣੇ ਵੱਲੋਂ ਉਹਨਾਂ ਨੂੰ ਲੱਗਦਾ ਵੀ ਅਸੀਂ ਬੜੀ ਹੁਣ ਖੁੱਲ੍ਹ ਗਏ, ਹੈ ਨਾ, ਜੋ ਮਰਜ਼ੀ ਕੁਛ ਆਪਣੀਆਂ ਮਨ ਮੌਜਾਂ ਕਰੀਏ। ਉਸ ਵਕਤ ਤੁਹਾਡਾ ਉਹ ਮਤਲਬ ਜਿਹੜਾ ਸਿਰਜਣਾ ਦਾ ਦੌਰ ਸੀਗਾ, ਚਲੋ ਸਟਾਰਟਿੰਗ ਸੀਗੀ, ਹੈ ਨਾ, ਉਦੋਂ। ਤੇ ਕਿਵੇਂ ਗੈਰ ਗੰਭੀਰ ਹੋ ਗਏ ਇਹ ਤਬੀਅਤ, ਮਤਲਬ ਮਨੋਵਿਗਿਆਨਕ ਜਿਵੇਂ ਗੱਲ ਕੀਤੀ ਤੁਸੀਂ, ਵੀ ਕਿਵੇਂ ਸੋਚ ਲਿਆ ਵੀ ਇੱਦਾਂ ਦਾ ਮੈਂ ਕੁਝ ਅੰਤਰਮੁਖੀ ਗੱਲਾਂ ਕਰਨੀਆਂ ਨੇ, ਮਨ ਦੇ ਲੈਵਲ ਦੀਆਂ ਗੱਲਾਂ ਕਰਨੀਆਂ ਨੇ? ਇਹ ਕਿੱਧਰੋਂ, ਮਤਲਬ ਜੇ ਪ੍ਰੇਰਨਾ ਦੀ ਗੱਲ ਕਰ ਲਈਏ ਤਾਂ ਕਿੱਥੋਂ ਮਿਲਦੀ ਲੱਗਦਾ? ਉਹ ਤਬੀਅਤ ਤਾਂ ਤੁਹਾਨੂੰ ਕੁਦਰਤ ਦੇ ਕੇ ਪੈਦਾ ਕਰਦੀ, ਮੈਂ ਸਮਝਦਾ। ਇੱਕ ਤਾਂ ਇਹ ਕਾਰਨ ਸੀਗਾ ਜੀ ਵੀ ਕੁਦਰਤ ਨੇ ਗੰਭੀਰ ਤਬੀਅਤ ਦੇ ਕੇ ਮੈਨੂੰ ਪੈਦਾ ਕੀਤਾ ਹੋਊਗਾ। ਦੂਸਰਾ ਕਾਰਨ ਇਹ ਸੀਗਾ ਵੀ ਕਈ ਵਾਰ ਥੋੜੀ ਲੱਗਣ ਲੱਗ ਜਾਂਦੀ ਕਿਸੇ ਪਾਸੇ। ਮੈਨੂੰ ਲਿਟਰੇਚਰ ਪੜ੍ਹਨ ਦੀ ਇੱਕ ਆਦਤ ਪੈ ਗਈ ਬਹੁਤ ਛੋਟੇ ਹੁੰਦਿਆਂ, ਸਕੂਲ ਟਾਈਮ ਜਦੋਂ ਮੈਂ ਪੜ੍ਹਦਾ ਸੀਗਾ, ਸਕੂਲ ਦੇ ਦਿਨਾਂ ਦੇ ਵਿੱਚ। ਤਾਂ ਜ਼ਿਆਦਾ ਸਾਧਨ ਨਹੀਂ ਸੀਗੇ ਹੈਗੇ ਸਾਡੇ ਕੋਲੇ, ਸਾਡੇ ਵਰਗੇ ਲੋਕਾਂ ਕੋਲੇ, ਪਿੰਡਾਂ 'ਚ ਰਹਿਣ ਵਾਲੇ ਲੋਕਾਂ ਕੋਲੇ, ਆਮ ਲੋਕਾਂ ਕੋਲੇ। ਔਰ ਆਪਾਂ ਜਿੱਥੇ ਰਹਿ ਰਹੇ ਹਾਂ, ਹੈ ਨਾ, ਪੱਟੀ ਜਾਂ ਪੱਟੀ ਦੇ ਆਸ-ਪਾਸ, ਉਹ ਤਾਂ ਤੁਸੀਂ ਵੀ ਜਾਣਦੇ ਹੋ ਵੀ ਸਾਡਾ ਖਿੱਤਾ ਇੰਨਾ ਜ਼ਿਆਦਾ ਉਸ ਕਿਸਮ ਦਾ ਵੀ ਨਹੀਂ ਹੈ। ਕੋਈ ਸਾਨੂੰ ਕਿਤਾਬਾਂ ਲੱਭਣੀਆਂ, ਕੋਈ ਕਾਮਿਕਸ ਲੱਭਣੀ, ਉਸ ਤਰ੍ਹਾਂ ਤਾਂ ਨਹੀਂ ਸੀਗਾ ਹੈਗਾ ਇੱਥੇ ਰੁਝਾਨ।
ਪਰ ਮੈਂ ਕੀ ਕਰਦਾ ਸੀਗਾ ਕਿ ਅਖਬਾਰ ਜਿਹੜੇ ਸ਼ਨੀ ਔਰ ਐਤਵਾਰ ਦੇ ਉਹਨਾਂ ਦੇ ਜਿਹੜੇ ਸਪਲੀਮੈਂਟ ਆਉਂਦੇ ਸੀਗੇ ਉਹ ਕਹਾਣੀ ਦੇ ਔਰ ਬਾਲ ਸਾਹਿਤ ਦੇ, ਉਹ ਉਹਨਾਂ ਦਾ ਪ੍ਰਬੰਧ ਕਰਦਾ ਹੁੰਦਾ ਸੀਗਾ। ਡੈਡੀ ਹੀ ਲੈ ਕੇ ਆਉਂਦੇ ਹੁੰਦੇ ਸੀਗੇ ਵੀ ਜਿਵੇਂ ਆਪਣੀ ਡਿਊਟੀ ਗਏ ਤਾਂ ਲੈ ਆਏ। ਉਹ ਬਾਕੀ ਅਖਬਾਰ ਨਾਲ ਤਾਂ ਮੈਨੂੰ ਕੀ ਵਾਸਤਾ ਹੋਣਾ ਸੀਗਾ, ਤੇ ਉਹ ਮੇਰੇ ਲਈ ਉਹ ਲੱਭ ਕੇ ਲਿਆਉਂਦੇ ਹੁੰਦੇ ਸੀਗੇ ਸ਼ਨੀ ਐਤਵਾਰ। ਮੈਂ ਯਾਦ ਵੀ ਕਰਵਾਉਣਾ, ਫਿਰ ਇੱਕ ਸਮਾਂ ਆ ਗਿਆ ਵੀ ਉਹਨਾਂ ਦਾ ਵੀ ਰੂਟੀਨ ਬਣ ਗਿਆ ਲੈ ਕੇ ਆਉਣਾ, ਤਾਂ ਉਹ ਮੈਂ ਪੜ੍ਹਦਾ ਹੁੰਦਾ ਸੀਗਾ। ਫਿਰ ਸਿਲੇਬਸ ਦੀਆਂ ਕਿਤਾਬਾਂ ਮੈਂ ਦੇਖਿਆ ਵੀ ਉਦੋਂ ਟੈਕਸਟ ਬੁੱਕ ਸਾਨੂੰ ਘੱਟ ਹੀ ਪੜ੍ਹਾਈ ਜਾਂਦੀ ਸੀਗੀ, ਹੈ ਨਾ। ਮਾਹੌਲ ਹੋਰ ਤਰ੍ਹਾਂ ਦੇ ਹੋ ਸਕਦੇ ਹੋਣ ਉਦੋਂ ਪੜ੍ਹਾਉਣ ਦੇ, ਜਾਂ ਪਤਾ ਨਹੀਂ ਜੋ ਵੀ ਵਜ੍ਹਾ ਹੋਵੇ। ਤੇ ਇੰਨਾ ਜ਼ਿਆਦਾ ਕਦੇ ਮੈਂ ਨਹੀਂ ਸੀ ਦੇਖਿਆ ਕਿ ਟੈਕਸਟ ਬੁੱਕ ਨੂੰ ਉਨੀ ਜ਼ਿਆਦਾ ਗੌਰ ਨਾਲ ਸਾਨੂੰ ਪੜ੍ਹਾਇਆ ਗਿਆ ਜਾਂ ਬਹੁਤ, ਪਰ ਮੈਂ ਪੜ੍ਹ ਲੈਂਦਾ ਸੀਗਾ। ਫਿਰ ਜਿੰਨੇ ਵੀ ਸਾਡੇ ਅਧਿਆਪਕ ਨੇ, ਔਰ ਲੈਂਗੁਏਜ ਖਾਸ ਤੌਰ ਤੇ ਹਿੰਦੀ ਔਰ ਪੰਜਾਬੀ, ਇਹਨਾਂ ਦੋਵਾਂ ਦੀਆਂ ਟੈਕਸਟ ਬੁੱਕ ਜਿਹੜੀਆਂ ਸੀਗੀਆਂ ਮੈਂ ਪੜ੍ਹਦਾ ਸੀਗਾ। ਆਪਣੀ ਕਲਾਸ ਤੋਂ ਪੜ੍ਹ ਲਈਆਂ ਤਾਂ ਫਿਰ ਅਗਲੀਆਂ ਕਲਾਸਾਂ ਦੀਆਂ ਵੀ, ਜਿਵੇਂ ਮੇਰੇ ਸਿਸਟਰ ਮੈਥੋਂ ਅੱਗੇ ਪੜ੍ਹਦੇ ਸੀਗੇ, ਤਾਂ ਇਸ ਕਰਕੇ ਕਿਤਾਬ ਲੱਭਣੀ ਸੌਖੀ ਸੀਗੀ ਵੀ ਜੇ ਮੰਨ ਲਓ ਵੀ 6ਵੀਂ ਦੀਆਂ ਪੜ੍ਹ ਲਈਆਂ ਤਾਂ 7ਵੀਂ ਦੀਆਂ ਅਵੇਲੇਬਲ ਆ। ਤਾਂ ਮੈਂ ਉਹ ਟੈਕਸਟ ਬੁੱਕਸ ਪੜ੍ਹਦਿਆਂ, ਉਹਦੇ ਵਿੱਚੋਂ ਕਹਾਣੀਆਂ ਲੇਖ ਪੜ੍ਹਦਿਆਂ, ਅਖਬਾਰਾਂ ਦੇ ਵਿੱਚੋਂ ਸਪਲੀਮੈਂਟ ਬਾਲ ਸਾਹਿਤ ਦੇ ਜਾਂ ਕਹਾਣੀ ਦਾ ਜਿਹੜਾ ਅੰਕ ਸੀਗਾ ਉਹਨੂੰ ਪੜ੍ਹਦਿਆਂ ਮੈਨੂੰ ਇੱਕ ਉਸ ਤਲਿਸਮ ਦੇ ਨਾਲ ਇੱਕ ਮੈਂ ਗੰਢਿਆ ਗਿਆ, ਜਿਹੜਾ ਬਾਲ ਕਹਾਣੀਆਂ ਦਾ ਤਲਿਸਮ ਸੀਗਾ। ਤੇ ਤੁਸੀਂ ਦੇਖੋ ਨਾ, ਬਾਲ ਕਹਾਣੀਆਂ ਦਾ ਜਿਹੜਾ ਜਨਰ ਆ ਉਹਦੇ 'ਚ ਤੁਸੀਂ ਬਹੁਤ ਅਫਲਾਤੂਨੀ ਗੱਲਾਂ ਕਰਦੇ ਹੋ। ਜੇ ਪ੍ਰੈਕਟੀਕਲੀ ਤੁਸੀਂ ਕਰਨ ਤੇ ਆ ਜਾਓ ਤਾਂ ਤੁਸੀਂ ਕਹੋਗੇ ਕਿਵੇਂ ਪੋਸੀਬਲ ਆ। ਮੇਰੀ ਆਪਣੀ ਇੱਕ ਕਹਾਣੀ ਦਾ ਰੈਫਰੈਂਸ ਵੈਸੇ ਉਹ ਲੋਕ ਕਹਾਣੀ ਵਰਗਾ ਅੰਛਾ ਕਿ ਵੀ ਦੈਂਤ ਆ ਜਿਹੜਾ, ਇੱਕ ਖੂਹ 'ਚ ਦੈਂਤ ਰਹਿੰਦਾ, ਰਾਜਕੁਮਾਰ ਉਹਦੇ ਨਾਲ ਕੋਈ ਬੰਦਾ ਭਿੜਨ ਜਾਂਦਾ ਤਾਂ ਉਹਨੂੰ ਹਲ ਸੁੱਟ ਕੇ ਕਹਿੰਦਾ ਦੇਖ ਮੇਰਾ ਦੰਦ ਕਿੱਡਾ ਵੱਡਾ, ਰੱਸਾ ਸੁੱਟ ਕੇ ਕਹਿੰਦਾ ਮੇਰੇ ਵਾਲ ਕਿੱਡੇ ਵੱਡੇ ਹਨ। ਤਾਂ ਉਹ ਦੈਂਤ ਡਰ ਜਾਂਦਾ ਵੀ ਯਾਰ ਏਡਾ ਵੱਡਾ ਦੰਦ ਤਾਂ ਮੇਰਾ ਵੀ ਹੈ ਨਹੀਂ, ਜਾਂ ਇੰਨੇ ਲੰਮੇ ਵਾਲ ਤਾਂ ਮੇਰੇ ਵੀ ਹੈ ਨਹੀਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ, ਮਤਲਬ ਜੇ ਪ੍ਰੈਕਟੀਕਲ ਤੁਸੀਂ ਕਹੋਗੇ ਫਿਰ ਤੁਸੀਂ ਕਹੋਗੇ ਵੀ ਯਾਰ ਆਹ ਗੱਲ ਥੋੜ੍ਹੀ ਹੋ ਸਕਦੀ। ਪਰ ਬਾਲ ਸਾਹਿਤ ਦੀ ਖਾਸੀਅਤ ਇਹ ਸੀਗੀ ਵੀ ਉਹਦੇ 'ਚ ਬਹੁਤ ਤੁਸੀਂ ਅਫਲਾਤੂਨੀ ਗੱਲਾਂ, ਭਰੀ ਲੋਕ ਦੀਆਂ ਗੱਲਾਂ, ਹੈਰਾਨ ਕਰਨ ਵਾਲੀਆਂ ਗੱਲਾਂ ਕਰਕੇ ਵੀ ਬੱਚੇ ਦੇ ਮਨ ਨੂੰ ਟੁੰਬਦੇ ਹੋ। ਤਾਂ ਉਹ ਸਾਰੀਆਂ ਚੀਜ਼ਾਂ ਨਾ ਕਿਤੇ ਅੰਦਰ ਵੜਦੀਆਂ ਰਹੀਆਂ, ਰਚਦੀਆਂ ਰਹੀਆਂ, ਚੇਤ ਹੀ ਕਿਤੇ ਨਾ ਕਿਤੇ ਜਮ੍ਹਾਂ ਹੁੰਦੀਆਂ ਰਹੀਆਂ। ਤਾਂ ਫਿਰ ਇਸੇ ਕਰਕੇ ਸ਼ੁਰੂਆਤ ਵੀ ਮੈਨੂੰ ਲੱਗਦਾ ਬਾਲ ਸਾਹਿਤ ਤੋਂ ਹੀ ਸ਼ੁਰੂਆਤ, ਫਿਰ ਕਿਉਂਕਿ ਉਹ ਪੜ੍ਹਦਿਆਂ ਲੱਗਦਾ ਸੀਗਾ ਵੀ ਇਹੋ ਜਿਹੀ ਗੱਲ ਮੈਨੂੰ ਵੀ ਸੁੱਝਦੀ ਆ। ਫਿਰ ਕੁਝ ਪੜ੍ਹਿਆ, ਉਹਦੇ ਪੈਟਰਨ ਤੇ ਆਪ ਲਿਖਣ ਦੀ ਕੋਸ਼ਿਸ਼ ਕੀਤੀ। ਤਾਂ ਇਉਂ ਲਿਖਦਿਆਂ ਕਰਦਿਆਂ ਵੇਖਦਿਆਂ ਫਿਰ ਮਾਹੌਲ ਦਾ ਫਰਕ ਹੁੰਦਾ, ਜਿਵੇਂ ਹੈ ਨਾ ਵੀ ਜਿਹੜੇ ਸਾਡੇ ਤੋਂ ਅਗਲੇ ਬੱਚੇ ਨੇ ਉਹਨਾਂ ਦਾ ਹੋਰ ਤਰ੍ਹਾਂ ਦਾ ਸੋਚਣ ਦਾ ਢੰਗ ਆ, ਸਾਡੀ ਪੀੜ੍ਹੀ ਦਾ ਹੋਰ ਸੀਗਾ, ਸਾਡੇ ਤੋਂ ਪਿਛਲੀ ਪੀੜ੍ਹੀ ਦਾ ਹੋਰ ਸੀਗਾ। ਸੋ ਇਹ ਵੀ ਇੱਕ ਸ਼ਾਇਦ ਵਜ੍ਹਾ ਹੁੰਦੀ ਹੋਵੇ ਵੀ ਹੁਣ ਵੱਧ ਐਡਵਾਂਸ ਲੋਕ ਆ ਗਏ, ਹੁਣ ਬੱਚੇ ਆ ਗਏ ਹੁਣ, ਕਿਉਂਕਿ ਫੋਨ ਕਲਚਰ, ਸੋਸ਼ਲ ਮੀਡੀਆ, ਇੰਟਰਨੈਟ ਸਾਡੇ ਲਈ ਆਮ ਹੋ ਗਿਆ। ਤਾਂ ਸਾਡੇ ਵੇਲੇ ਇੰਟਰਨੈਟ ਦਾ ਤਾਂ ਕੋਈ ਸੁਪਨਾ ਹੀ ਨਹੀਂ ਸੀਗਾ। ਫੋਨ ਮੈਨੂੰ ਯਾਦ ਆ ਵੀ ਬਹੁਤ ਵੱਡੇ ਹੋ ਕੇ ਸਿੰਪਲ ਫੋਨ ਦੇਖਿਆ ਸੀਗਾ, ਬਟਨਾਂ ਵਾਲਾ, ਜਿਹਦੇ 'ਚ ਸਿਰਫ ਫੋਨ ਹੁੰਦਾ ਜਾਂ ਬੜੀ ਹੱਦ ਟੈਕਸਟ ਮੈਸੇਜ ਆਉਂਦਾ। ਇੰਟਰਨੈਟ ਤਾਂ ਕਿਤੇ ਜ਼ਿਆਦਾ ਜਾ ਕੇ, ਔਰ ਜੇ ਸਹੀ ਪੁੱਛੋ ਤਾਂ ਸਹੀ ਮਾਇਨਿਆਂ ਦੇ ਵਿੱਚ ਅਸੀਂ ਇੰਟਰਨੈਟ ਦੇ ਆਦੀ ਹੋਏ ਆ ਹੁਣ ਆ ਕੇ, ਜਦੋਂ 2015-16 'ਚ ਬਹੁਤ ਜ਼ਿਆਦਾ ਆਮ ਹੋਇਆ ਇੰਟਰਨੈਟ। ਤਾਂ ਸਾਡੇ ਲਈ ਇੰਟਰਨੈਟ ਵੀ ਬੜੀ ਵੱਡੀ ਚੀਜ਼ ਸੀਗੀ, ਹੈ ਨਾ। ਕੋਈ ਸਪੀਡ ਉਸ ਢੰਗ ਨਾਲ ਨਹੀਂ ਸੀ ਹੈ, ਡਾਟਾ ਨਹੀਂ ਸੀ ਹੈ। ਤਾਂ ਉਦੋਂ ਜਦੋਂ ਹੋਰ ਪਾਸੇ ਰੁਚੀ ਨਹੀਂ, ਤਾਂ ਯਕੀਨਨ ਜੇ ਪੜ੍ਹਨ ਦਾ ਸ਼ੌਕ ਸੀਗਾ ਤਾਂ ਪੜ੍ਹਨ ਵੱਲੇ ਹੀ ਮੈਂ ਰਹਿਣਾ ਸੀਗਾ। ਅੱਛਾ, ਤੁਸੀਂ ਬਾਲ ਸਾਹਿਤ ਦੀ ਗੱਲ ਕਰੀ ਹੈ ਨਾ, ਬਾਲ ਸਾਹਿਤ ਬੜਾ ਪੜ੍ਹਿਆ ਮੈਗਜ਼ੀਨਾਂ ਰਾਹੀਂ। ਤੇ ਇੱਕ ਪੱਖ ਮੈਂ ਤੁਹਾਡਾ ਹੋਰ ਵੀ ਦੇਖਿਆ ਹੈ ਨਾ, ਕਿਉਂਕਿ ਚਾਹੇ ਉਹ ਬਚਪਨ ਦੀ ਗੱਲ ਕਰੋ, ਚਾਹੇ ਅੱਲ੍ਹੜ ਉਮਰ ਦੇ ਵਿੱਚ ਸੰਗੀਤ ਬੜਾ ਤੁਸੀਂ, ਮੈਂ ਕੈਸਟਾਂ ਦੇ ਢੇਰ ਵੇਖੇ ਨੇ ਤੁਹਾਡੇ, ਹੈ ਨਾ, ਲੱਗੇ ਹੋਏ ਇੰਨੇ ਜ਼ਿਆਦੇ, ਹੈ ਨਾ। ਤੇ ਉਹ ਸੰਗੀਤ ਨਾਲ ਫਿਰ ਕਿਵੇਂ ਵਾਹ ਵਾਸਤਾ ਬਣ ਗਿਆ, ਖਾਸ ਕਰਕੇ ਸੁਖਵਿੰਦਰ ਸਿੰਘ ਦੇ ਤੁਸੀਂ ਬੜੇ ਸ਼ੁਦਾਈ ਸੀਗੇ, ਤੇ ਉਹ ਕਿਵੇਂ ਲੱਗਣ ਲੱਗ ਗਏ? ਉਹ ਸਮਝ, ਜਾਂ ਉਹਦਾ ਵੀ ਸੰਗੀਤ ਦਾ ਅਸਰ ਵੀ ਸਮਝ ਲਓ ਵੀ ਅੱਗੇ ਜਾ ਕੇ ਸੰਗੀਤ ਦਾ ਅਸਰ ਇਹ ਹੋਣਾ ਕਿ ਮੈਂ ਇਹ ਮੰਨਦਾ ਕਿ ਕਲਾ ਦੇ ਜਿੰਨੇ ਵੀ ਸਾਡੇ ਮਾਧਿਅਮ ਨੇ ਨਾ, ਉਹਨਾਂ ਦੇ ਵਿੱਚ ਸੰਗੀਤ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ। ਤੁਸੀਂ ਪੇਂਟਿੰਗ ਦੇਖ ਰਹੇ ਆ, ਪੇਂਟਿੰਗ ਦੀ ਇੱਕ ਆਪਣੀ ਭਾਸ਼ਾ ਵਾ, ਹੋ ਸਕਦਾ ਤੁਹਾਨੂੰ ਉਹ ਭਾਸ਼ਾ ਸਮਝ ਨਹੀਂ ਆਉਂਦੀ ਹੋਵੇ। ਮੇਰੇ ਸਾਹਮਣੇ ਕਿਤਾਬ ਪਈ ਆ 200 ਸਫ਼ੇ 400 ਸਫ਼ੇ ਦੀ, ਉਹ ਮੈਂ ਸਾਰੀ ਪੜ੍ਹੂੰਗਾ ਤਾਂ ਮੈਨੂੰ ਕੋਈ ਗੱਲ ਸਮਝ ਆਊਗੀ ਉਹਦੇ 'ਚ। ਜਾਂ ਕੋਈ ਹੋਰ ਸਿਨਫ ਆ ਜਿਹੜੀ ਸਾਡੀ ਕਲਾ ਦੀ, ਉਹ ਤੁਸੀਂ ਉਹਦੇ ਵਿੱਚੋਂ ਗੁਜ਼ਰੋਗੇ ਤਾਂ ਸ਼ਾਇਦ ਸਮਝੋਗੇ। ਸੰਗੀਤ ਦਾ ਆ ਕਿ ਤੁਸੀਂ ਸੁਣਦੇ ਆ, ਔਰ ਸੰਗੀਤ ਸਭ ਤੋਂ ਵੱਧ ਅਸਰ ਕਰਦਾ। ਸਾਡੀ ਗੁਰਬਾਣੀ ਸਾਰੀ ਇੱਕ ਆਪਣੀ ਤਰ੍ਹਾਂ ਦਾ ਸੰਗੀਤ ਆ, ਹੈ ਨਾ, ਰਾਗਾਂ ਦੇ ਵਿੱਚ ਆ, ਪੋਇਟਰੀ ਆ। ਜਿੰਨੇ ਸਾਡੇ ਧਾਰਮਿਕ ਹੈ ਨਾ ਹੈਗੇ ਨੇ ਗ੍ਰੰਥ ਵੀ, ਉਹ ਪੋਇਟਰੀ ਦੀ ਫਾਰਮ 'ਚ ਤਾਂ ਹੀ ਨੇ ਬੇਸਿਕਲੀ ਗਾਇਆ ਵੀ ਜਾ ਸਕੇ। ਔਰ ਸੰਗੀਤ ਇੰਨਾ ਅਸਰ ਕਰਦਾ ਤੁਹਾਡੇ ਤੇ। ਸੋ ਇਹ ਸੀਗਾ ਕਿ ਕਲਾ ਨਾਲ ਮੁਹੱਬਤ ਆ, ਤਾਂ ਕਲਾ ਦਾ ਹੀ ਇੱਕ ਆਪਣੀ ਤਰ੍ਹਾਂ ਨਾਲ ਰੂਪ ਆ। ਤਾਂ ਗਾਣੇ ਅਸੀਂ ਸਾਰੇ ਸੁਣਦੇ ਆ ਪੰਜਾਬੀ ਲੋਕ, ਤਾਂ
ਉਹ ਇਸ ਕਰਕੇ ਇਹ ਸੀਗਾ ਵੀ ਸੰਗੀਤ ਸੁਣਨਾ ਚੰਗਾ ਲੱਗਦਾ, ਚੰਗਾ ਸੀਰੀਅਸ ਸੰਗੀਤ ਸੁਣਨਾ ਚੰਗਾ ਲੱਗਦਾ। ਹਾਲਾਂਕਿ ਸਾਰੀ ਤਰ੍ਹਾਂ ਦੇ ਗਾਣੇ ਮੈਂ ਸੁਣ ਲੈਂਦਾ, ਨਵੇਂ ਜਿਹੜੇ ਬਹੁਤ ਟਪੋਰੀ ਗਾਣੇ ਵੀ, ਤੇ ਪਰ ਇਹ ਆ ਕਿ ਜਿਹਦਾ ਜੋ ਚੰਗਾ ਉਹ ਸੁਣ ਲੈਣਾ ਚਾਹੀਦਾ, ਤੇ ਉਹ ਅਸਰ ਕਰਦਾ ਮੁਹੱਬਤ ਆ ਸੰਗੀਤ ਦੇ ਨਾਲ। ਤਾਂ ਮੈਂ ਸੋਚਦਾ ਹੁੰਦਾ ਵੀ ਕੁਦਰਤ ਕਦੇ ਰੀਬਰਥ ਵਰਗੀ ਗੱਲ ਹੁੰਦੀ ਹੋਵੇ ਤਾਂ ਮੈਂ ਮਿਊਜ਼ਿਕ ਦੇ ਫੀਲਡ 'ਚ ਕੁਛ ਕਰਦਾ ਹੋਵਾਂ, ਇਸ ਕਿਸਮ ਦੀ ਮੈਂ ਵਿਸ਼ ਲੈ ਕੇ ਪੈਦਾ ਹੋਣੀ ਚਾਹੁੰਦਾ ਹੈ ਨਾ, ਕਿ ਜੇ ਦੁਬਾਰਾ ਜਨਮ ਹੁੰਦਾ ਹੋਵੇ ਤਾਂ ਮੈਂ ਕੋਈ ਮਿਊਜ਼ਿਕ ਡਾਇਰੈਕਟਰ, ਕੋਈ ਗਾਉਣ ਵਾਲਾ, ਕੁਝ ਇਸ ਢੰਗ ਨਾਲ ਰੱਬ ਮੈਨੂੰ ਪੈਦਾ ਕਰੇ। ਤਾਂ ਇਹ ਕਿਉਂਕਿ ਅਸਰ ਬਹੁਤ। ਫਿਲਮ ਡਾਇਰੈਕਟਰ ਤਾਂ ਨਹੀਂ ਬਣਨਾ? ਨਹੀਂ, ਮੇਰਾ ਫਿਲਮਾਂ ਬਣ ਰਹੀਆਂ ਨੇ ਬਹੁਤ। ਨਹੀਂ, ਇਸ ਕਿਸਮ ਦਾ ਤਾਂ ਮੇਰਾ ਕੋਈ ਫਿਲਮਾਂ ਤੋਂ ਗੱਲ ਮੈਨੂੰ ਯਾਦ ਆ ਗਈ ਕਿ ਬਾਈ ਬੜਾ ਚਰਚਿਤ ਕਹਾਣੀਕਾਰ ਆ। ਪਿਛਲੇ 1 ਮਹੀਨੇ 'ਚ 2 ਫਿਲਮਾਂ ਬਣ ਗਈਆਂ ਬਾਈ ਦੀ ਕਹਾਣੀਆਂ ਤੇ, ਹਨਾ। ਉਹਨਾਂ ਦਾ ਜ਼ਿਕਰ ਵੀ ਕਰੀਏ। ਇੱਕ ਤਾਂ ਆਪਣੇ ਮਿੱਤਰ ਜਗਜੀਤ ਗਿੱਲ ਹੋਣਾ ਨੇ ਬਣਾਈ ਆ ਦੂਰ ਘਰ ਨਾਮ ਤੋਂ, ਤੇ ਇੱਕ ਭਗਵੰਤ ਕੰਗ ਹੋਣਾ ਨੇ ਬਣਾਈ, ਹਨਾ। ਤੇ ਕਿਵੇਂ ਦਾ ਲੱਗਦਾ ਜਦੋਂ ਤੁਹਾਡੀ ਕਹਾਣੀ ਜਿਹੜੀ ਤੁਸੀਂ ਮਤਲਬ ਪਾਤਰ ਉਹਦੇ, ਹਨਾ, ਆਪਣੀ ਕਲਪਨਾ 'ਚ ਜਾਂ ਇਮੈਜੀਨੇਸ਼ਨ ਸਿਰਜੇ ਨੇ, ਜਦੋਂ ਹੂਬੂ ਉਹਨਾਂ ਨੂੰ ਪਰਦੇ ਤੇ ਦੇਖਦੇ, ਜਿਸ ਸੰਤੁਸ਼ਟੀ ਹੁੰਦੀ ਵੀ ਠੀਕ ਹੋ ਗਿਆ, ਜਾਂ ਕਈ ਵਾਰੀ ਲੱਗਦਾ ਵੀ ਨਹੀਂ ਯਾਰ ਗੱਲ ਨਹੀਂ ਬਣੀ, ਕਹਾਣੀ ਐਂ ਹੀ ਹੋ ਗਈ, ਜਾਂ ਕਿੱਦਾਂ, ਕੀ ਲੱਗਦਾ ਤੁਹਾਨੂੰ ਵੀ ਇਹਦਾ? ਦੇਖੋ, ਉਹ ਤਾਂ ਇੰਝ ਆ ਗੱਲ ਕਿ ਰੀਚ ਵੱਧਦੀ ਆ ਗੱਲ ਤੁਹਾਡੀ ਦੀ, ਹਨਾ। ਪਹਿਲਾਂ ਤਾਂ ਇਹ ਹੈਗਾ ਵੀ ਚਲੋ ਫਿਲਮ ਇੱਕ ਐਸਾ ਮਾਧਿਅਮ ਆ, ਵਿਜ਼ੂਅਲਾਈਜੇਸ਼ਨ ਜਾਂ ਇੱਕ ਐਸਾ ਮਾਧਿਅਮ ਆ, ਜਦੋਂ ਕੋਈ ਚੀਜ਼ ਦਿਖਾਈ ਜਾਂਦੀ ਹੈ ਤਾਂ ਵੱਧ ਸਮਝ ਆਉਂਦੀ ਹੈ ਦੇਖਣ ਵਾਲੇ ਨੂੰ, ਸੁਣਨ ਵਾਲੇ ਨੂੰ, ਸਮਝਣ ਵਾਲੇ ਨੂੰ। ਆਡੀਅנס ਤੱਕ ਜ਼ਿਆਦਾ ਗੱਲ ਜਾ ਪਾਉਂਦੀ ਹੈ। ਇੱਕ ਐਂਗਲ ਤਾਂ ਉਹਦਾ ਇਹ ਹੈਗਾ। ਦੂਸਰੀ ਗੱਲ ਜਿਹੜੀ ਤੁਸੀਂ ਕਰਦੇ ਆ ਵੀ ਕੀ ਤਸੱਲੀ ਹੁੰਦੀ ਉਹ ਕੰਮ ਦੇਖ ਕੇ, ਉਹਦੇ 'ਚ ਇਹ ਹੈਗਾ ਕਿ ਸਾਡੀ ਮਜਬੂਰੀ ਕੀ ਆ। ਸਾਡੇ ਕੋਲੇ ਜਿਹੜਾ ਇਹ ਜਨਰ ਆ ਪੈਰਲਲ ਥੀਏਟਰ ਦਾ, ਖਾਸ ਤੌਰ ਤੇ ਕਹਿ ਲਓ ਸਿਨੇਮੇ ਦਾ, ਸੋਰਸ ਨਹੀਂ ਹੈ ਸਾਡੇ ਮਿੱਤਰਾਂ ਕੋਲੇ ਉਹਨੇ ਜ਼ਿਆਦਾ ਨਾ। ਸਾਡੇ ਕੋਲੇ ਕੋਈ ਉਸ ਕਿਸਮ ਦੇ ਸਪਾਂਸਰਸ, ਉਸ ਤਰ੍ਹਾਂ ਦੇ ਫਾਈਨਾਂਸਰਸ, ਪੈਸੇ ਲਾਉਣ ਵਾਲੇ ਉਸ ਤਰ੍ਹਾਂ ਦੇ ਲੋਕ ਨਹੀਂ ਹੈ। ਜਿਵੇਂ ਹੁਣ ਜਗਜੀਤ ਗਿੱਲ ਹੋਣਾ ਦੀ ਗੱਲ ਕਰਾਂ ਤਾਂ ਜਗਜੀਤ ਗਿੱਲ ਹੋਣਾ ਸਾਰਾ ਕੁਝ ਜਿਹੜਾ ਖੁਦ ਕੀਤਾ, ਬੜੇ ਘੱਟ ਸਾਧਨਾਂ ਨਾਲ ਕੀਤਾ, ਔਰ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ, ਮੁੰਡੇ ਕੁੜੀਆਂ ਨਵੇਂ, ਸਾਰੇ ਆਰਟ ਲਵਰ ਸੀਗੇ। ਤਾਂ ਉਹ ਜਦੋਂ ਇਹੋ ਜਿਹੀ ਗੱਲ ਆ ਜਾਂਦੀ ਨਾ ਕਿ ਤੁਹਾਡੇ ਕੋਲੇ ਤੁਸੀਂ ਪ੍ਰੋਫੈਸ਼ਨਲ ਬੰਦੇ ਨਹੀਂ ਲੈ ਸਕਦੇ, ਤੁਸੀਂ ਪ੍ਰੋਫੈਸ਼ਨਲ ਲੈਵਲ ਤੇ ਉਹਦੀ ਐਡੀਟਿੰਗ, ਉਹਦਾ ਉਹ ਕੁਝ ਨਹੀਂ ਕਰਵਾ ਸਕਦੇ, ਤਾਂ ਥੋੜੀ ਬਹੁਤੀ ਗੜਬੜ ਤਾਂ ਹੋ ਜਾਂਦੀ ਹੈ। ਪਰ ਫਿਰ ਵੀ ਓਵਰਆਲ ਜੇ ਤੁਸੀਂ ਇਹ ਸੋਚੋ ਤਾਂ ਮੈਨੂੰ ਲੱਗਦਾ ਕਿ ਯਤਨ ਨੇ, ਔਰ ਯਤਨ ਜਦੋਂ ਕੋਈ ਕਰਦਾ ਤਾਂ ਉਹਨੂੰ ਸਲਾਮ ਹੀ ਕਰਨਾ ਚਾਹੀਦਾ। ਭਗਵੰਤ ਕੰਗ ਹੋਣਾ ਨੇ ਜੇ ਕੰਮ ਕੀਤਾ ਤਾਂ ਦੇਖੋ, ਭਗਵੰਤ ਕੰਗ ਹੋਣਾ ਨੇ ਮੇਰੇ ਤੋਂ ਕਿਹੜਾ ਕੁਝ ਲਿਆ, ਜਾਂ ਕੋਈ ਉਹਨਾਂ ਨੂੰ ਸੀਗਾ ਮੋਹ ਸੀਗਾ, ਕਹਾਣੀ ਚੰਗੀ ਲੱਗੀ, ਔਰ ਉਹਨਾਂ ਨੇ ਜਿੰਨੇ ਵੀ ਉਹਨਾਂ ਕੋਲੇ ਐਫਰਟ ਹੋਣਗੇ, ਜਿੰਨੇ ਵੀ ਉਹਨਾਂ ਕੋਲੇ ਸੋਰਸਿਸ ਹੋਣਗੇ, ਉਹਦੇ ਹਿਸਾਬ ਨਾਲ ਆਪਣਾ ਕੰਮ ਕੀਤਾ। ਥੋੜਾ ਬਹੁਤਾ ਜਿਹੜੀ ਮੈਂ ਜਿਵੇਂ ਕਿਹਾ ਵੀ ਪ੍ਰੋਫੈਸ਼ਨਲ ਬੰਦਿਆਂ ਦੀ ਕਮੀ ਆ ਜਾਂਦੀ ਜਾਂ ਦੂਜੀਆਂ ਤੀਜੀਆਂ, ਉਹਦਾ ਕਰਕੇ 19 ਤਾਂ ਫਿਰ ਹੋ ਜਾਂਦਾ। ਕਈ ਵਾਰ ਕਹਾਣੀ ਤੁਸੀਂ ਲਿਖੀ ਕੁਝ ਹੋਰ ਸੋਚ ਕੇ ਆ, ਤੁਹਾਡੇ ਮਨ 'ਚ ਉਹ ਹੋਰ ਆ ਉਹਦਾ ਇੱਕ, ਤਾਂ ਫਿਲਮਾਂਕਣ ਕਰਨ ਵੇਲੇ ਉਹਦਾ ਰੂਪ ਸ਼ਾਇਦ ਥੋੜਾ ਵਿਗੜ ਜਾਵੇ ਜਾਂ ਬਦਲ ਜਾਵੇ, ਕਈ ਕਾਰਨਾਂ। ਤੁਸੀਂ ਰੂਪ ਦੀ ਗੱਲ ਕੀਤੀ, ਤੁਹਾਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਜਦੋਂ ਜਿਹੜਾ ਮੂਲ ਕਹਾਣੀਕਾਰ ਹਨਾ, ਜਦੋਂ ਅਸੀਂ ਉਹਨੂੰ ਸਕ੍ਰਿਪਟ ਦੇ ਵਿੱਚ ਬਦਲਦੇ ਆ, ਚਾਹੇ ਉਹਦੇ ਡਾਇਲੌਗ ਲਿਖਾਉਣੇ ਆ, ਚਾਹੇ ਸਕਰੀਨ ਪਲੇ ਆ, ਉਦੋਂ ਜਿਹੜਾ ਮੂਲ ਲੇਖਕ ਆ ਉਹਦੇ ਕੋਲੋਂ ਕਰਵਾਉਣਾ ਚਾਹੀਦਾ ਜਾਂ ਉਹ ਨਾਲ ਹੋਣਾ ਚਾਹੀਦਾ, ਇਹ ਜ਼ਰੂਰੀ ਹੈ। ਜਿਵੇਂ ਆਪਣੇ ਗੁਰਦਿਆਲ ਸਿੰਘ ਹੋਣਾ ਨੇ ਜਿਹੜੇ ਹਨਾ ਸ਼੍ਰੋਮਣੀ ਨਾਵਲਕਾਰ ਨੇ ਵੱਡੇ, ਹਨਾ, ਉਹਨਾਂ ਨੇ ਜਿੰਨੇ ਉਹਨਾਂ ਦੀਆਂ ਫਿਲਮਾਂ ਬਣੀਆਂ ਤੇ ਉਹਦੇ ਡਾਇਲੌਗਸ ਉਹ ਆਪ ਲਿਖਦੇ ਸੀਗੇ, ਨਾਲ ਸਕਰੀਨ ਪਲੇ ਵੀ ਇਵਨ ਕੇ ਲਿਖਿਆ। ਜਿਹੜੇ ਉਹਨਾਂ ਦਾ ਜਿਵੇਂ ਮੜੀ ਦਾ ਦੀਵਾ ਫਿਲਮ ਬਣੀ, ਪਰ ਉਹਨੂੰ ਲੱਗਦਾ ਸੀ ਵੀ ਉਹ ਮਤਲਬ ਉਹਨਾਂ ਨੂੰ ਮਾਈਂਡ ਸੀ ਉਹ ਕਰੈਕਟਰ ਵੀ ਕੀ ਲਿਖਣਾ ਕੀ ਨਹੀਂ ਲਿਖਣਾ। ਜਦੋਂ ਦੂਜਾ ਬੰਦਾ ਉਹਨੂੰ ਅਡਾਪਟ ਕਰਦਾ, ਹੋ ਸਕਦਾ ਉਤੋਂ ਵੀ ਅਗਲੀ ਗੱਲ ਤੱਕ ਲੈ ਜਿਓ, ਪਰ ਕਈ ਵਾਰੀ ਹੋ ਜਾਂਦਾ ਵੀ ਉਤੋਂ ਸਕਿਪ ਹੋ ਜਾਂਦੀਆਂ ਚੀਜ਼ਾਂ। ਬਿਲਕੁਲ ਉਹ ਹੋਇਆ ਹਾਂਜੀ। ਜਿਹੜਾ ਜਗਜੀਤ ਗਿੱਲ ਹੋਣਾ ਨੇ ਕੰਮ ਕੀਤਾ ਉਹ ਤਾਂ ਕੁਦਰਤੀ ਦੀ ਸਕ੍ਰਿਪਟ ਮੈਂ ਪਹਿਲਾਂ ਹੀ ਬਣਾਈ ਹੋਈ ਸੀ, ਵੈਸੇ ਬਣਾਈ ਹੋਈ ਸੀਗੀ। ਮੈਂ ਕੁਝ ਰੇਡੀਓ ਦਾ ਕੋਈ ਸੀਗਾ ਪ੍ਰੋਜੈਕਟ, ਉਹਦੇ ਲਈ ਅਸੀਂ ਕਰ ਰਹੇ ਸੀਗੇ ਕੁਝ, ਤਾਂ ਮੈਂ ਸਕ੍ਰਿਪਟ ਉਹਦੀ ਬਣਾਈ ਹੋਈ ਸੀਗੀ। ਪਰ ਉਹਦੇ 'ਚ ਪ੍ਰੋਬਲਮ ਇਹ ਹੋਈ ਕਿ ਜਗਜੀਤ ਗਿੱਲ ਹੋਣੀ ਉਹਨੂੰ ਜ਼ਿਆਦਾ ਜਾਂ ਪੂਰੀ ਸਕ੍ਰਿਪਟ ਨੂੰ ਨਹੀਂ ਫਿਲਮਾ ਸਕੇ। ਉਹ ਥੋੜਾ ਜਿਹਾ ਪਾਰਟ 14 ਮਿੰਟ ਦਾ ਕੀਤਾ, ਔਰ 14 ਮਿੰਟ 'ਚ ਕਹਾਣੀ ਦੀ ਪੂਰੀ ਗੱਲ ਹੋ ਨਹੀਂ ਪਾਈ, ਥੋੜਾ ਫਰਕ ਪਿਆ। ਕੁਝ ਚੀਜ਼ਾਂ ਉਹਨਾਂ ਨੇ ਚੱਕ ਕੇ ਕਰ ਲਈਆਂ। ਭਗਵੰਤ ਕੰਗ ਹੋਣਾ ਨੇ ਕੰਮ ਤਾਂ ਪੂਰਾ ਕੀਤਾ, ਪਰ ਉਹਦੇ 'ਚ ਇਹ ਹੋਇਆ ਕਿ ਵਾਕਿਆ ਹੀ ਭਗਵੰਤ ਕੰਗ ਹੋਣੀ ਕੋਈ ਸਵਾਬ ਐਸੇ ਬਣੇ ਵੀ ਮੇਰੇ ਨਾਲ ਨਹੀਂ ਰਾਏ ਕਰ ਸਕੇ। ਉਹ ਕੁਝ ਕਾਰਨ ਇਸ ਕਿਸਮ ਦੇ ਰਹੇ ਇੱਕਦਮ, ਤਾਂ ਮੇਰੇ ਨਾਲ ਕਿਸੇ ਕਿਸਮ ਦੀ ਗੱਲ ਨਹੀਂ ਹੋ ਸਕੀ। ਈਵਨ ਤੁਸੀਂ ਵੀ ਸ਼ਾਇਦ ਹੈਰਾਨ ਹੋਵੋਗੇ, ਮੈਨੂੰ ਪਤਾ ਵੀ ਨਹੀਂ ਸੀਗਾ ਇਹ ਕੰਮ ਹੋ ਰਿਹਾ। ਬਹੁਤ ਟਾਈਮ ਪਹਿਲਾਂ, ਕੋਵਿਡ ਤੋਂ ਸ਼ਾਇਦ ਪਹਿਲਾਂ, ਮੈਨੂੰ ਕੰਗ ਹੋਣਾ ਨੇ ਕਿਹਾ ਸੀਗਾ ਕਿ ਮੈਂ ਕਰਾਂਗਾ, ਤੇ ਦੋਸਤ ਨੇ ਵੀ ਕੋਈ ਉਸ ਤਰ੍ਹਾਂ ਦੀ ਕੋਈ ਰਸਮੀ ਪਰਮਿਸ਼ਨ ਵਰਗੀ ਵੀ ਗੱਲ ਨਹੀਂ ਸੀ। ਮੈਂ ਕਿਹਾ ਕਰ ਲਿਓ। ਤਾਂ ਫਿਰ ਕੁਝ ਕੋਵਿਡ ਦਾ ਰਿਹਾ, ਕੁਝ ਉਹਨਾਂ ਤੇ ਪਰਸਨਲ ਕੁਝ ਰੁਝੇਵੇਂ ਰਹੇ, ਮੈਨੂੰ ਪਤਾ ਨਹੀਂ, ਗੱਲ ਨਹੀਂ ਹੋਈ ਸਾਡੀ। ਮੈਂ ਜਿਸ ਦਿਨ ਸਵੇਰੇ ਪੋਸਟਰ ਦੇਖਿਆ, ਮੈਨੂੰ ਉਸ ਦਿਨ ਪਤਾ ਲੱਗਾ ਕਿ ਕੰਮ ਹੋ ਗਿਆ, ਔਰ 1-2 ਦਿਨ 4 ਦਿਨ 'ਚ ਲਾਂਚ ਕਰਨ ਜਾ ਰਿਹਾ ਜਾਂ ਰਿਲੀਜ਼ ਕਰਨ ਜਾ ਰਿਹਾ। ਤਾਂ
ਉਹ ਕਿਉਂਕਿ ਇੱਕਦਮ ਹੋਇਆ, ਮੇਰੇ ਨਾਲ ਗੱਲ ਹੀ ਨਹੀਂ ਹੋ ਸਕੀ, ਮੈਨੂੰ ਕੁਝ ਨਹੀਂ ਪਤਾ ਲੱਗਿਆ ਕਿ ਕੀ ਬਣਾ ਰਿਹਾ ਡਾਇਲੌਗ ਜਾਂ ਸਕ੍ਰਿਪਟ। ਉਹ ਕੁਝ ਚੀਜ਼ਾਂ ਸਾਰੀਆਂ ਉਹਨਾਂ ਨੇ ਫਿਰ ਖੁਦ ਆਪਣੇ ਢੰਗ ਨਾਲ ਕਰ ਲਈਆਂ। ਹਾਂ ਫਰਕ ਪੈ ਸਕਦਾ ਸੀ, ਜੇ ਮੇਰੇ ਨਾਲ ਉਹਨਾਂ ਦੀ ਗੱਲ ਹੋ ਜਾਂਦੀ ਤਾਂ ਸ਼ਾਇਦ ਅਸੀਂ ਬਹਿ ਕੇ ਹੋਰ ਢੰਗ ਨਾਲ ਵੀ ਸੋਚਦੇ। ਮੇਰੇ ਮਾਈਂਡ 'ਚ ਹੋਰ ਗੱਲਾਂ ਸੀਗੀਆਂ। ਹਾਂ ਸੁਣਾ ਨੇ ਉਹਦੇ 'ਚ ਕੰਮ ਕੀਤਾ ਲੀਡ ਕਰੈਕਟਰ, ਤਾਂ ਹਾਂ ਸੁਣੀ ਖੁਦ ਜਿਵੇਂ ਕਹਾਣੀਕਾਰ ਨੇ, ਤਾਂ ਹਾਂ ਸੁਣੀ ਸੋਚਦੇ ਸੀਗੇ ਕਿ ਮੇਰੇ ਮਨ 'ਚ ਵੀ ਇਹ ਕਹਾਣੀਕਾਰ ਆਉਂਦਾ ਸੀ ਕਿ ਵੀ ਆਹ ਗੱਲ ਐਵੇਂ ਹੋਵੇ, ਵੀ ਤੂੰ ਐਵੇਂ ਲਿਖੀ ਆ, ਮੈਂ ਸੋਚਦਾ ਸੀ ਐਵੇਂ ਹੋਵੇ, ਮੇਰੇ ਅੰਦਰਲਾ ਕਹਾਣੀਕਾਰ ਕਹਿੰਦਾ ਸੀਗਾ। ਪਰ ਕੰਗ ਹੁਣਾਂ ਦਾ ਰੌਲਾ ਕੀ ਸੀਗਾ ਕਿ ਕੰਗ ਹੁਣੀ ਕਹਿੰਦੇ ਸੀਗੇ ਵੀ ਨਹੀਂ ਨਾ ਤੁਹਾਡੀ ਤੇ ਉਹਦੇ ਨਾਲ ਹੁਣ ਗੱਲ ਆਪਾਂ ਕੀ ਕਰਨੀ, ਇੱਕਦਮ ਜੋ ਹੋ ਗਿਆ ਇਹ ਇੰਜ ਬਣਾਓ। ਸੋ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਥੋੜਾ ਬਹੁਤਾ। ਅੱਛਾ, ਜੇ ਲੇਖਕ ਦੇ ਤੌਰ ਤੇ ਗੱਲ ਕਰੀਏ, ਸਾਂਝਾ ਸਵਾਲ ਹੈ ਨਾ ਜੀ, ਪੰਜਾਬੀ ਲੇਖਕ ਦੀ ਗੱਲ ਕਰੀਏ, ਜਿਸ ਤਰ੍ਹਾਂ ਕਿਹਾ ਜਾਂਦਾ ਕਿ ਬਾਹਰ ਲੇਖਕਾਂ ਦੀ, ਬਾਹਰਲੇ ਮੁਲਕਾਂ ਦੇ ਵਿੱਚ ਲੇਖਕਾਂ ਦੀ ਬੜੀ ਕਦਰ ਹੈ। ਇੱਕ ਵਾਰੀ ਮੈਡਮ ਟਵਾਣਾ ਨਾਲ ਮੈਨੂੰ ਮੁਲਾਕਾਤ ਕਰਨ ਦਾ ਸਬਬ ਬਣਿਆ, ਤਾਂ ਕਹਿ ਰਹੀ ਸੀ ਕਿ ਬਾਹਰ ਜਿੱਥੇ ਲੇਖਕਾਂ ਦੇ ਘਰ ਹੁੰਦੇ ਆ ਨਾ, ਉੱਥੇ ਬਾਹਰ ਲਿਖਿਆ ਹੁੰਦਾ ਵੀ ਇੱਦਾਂ ਕਰਕੇ ਵੀ ਸਾਇਲੈਂਸ ਡੋਂਟ ਡਿਸਟਰਬ, ਵੀ ਅੰਦਰ ਮਤਲਬ ਲੇਖਕ ਲਿਖ ਰਿਹਾ ਜਾਂ ਕੋਈ ਰਚਨਾ ਕਰ ਰਿਹਾ, ਵੀ ਇਹੋ ਜਿਹਾ ਮਾਹੌਲ ਦਿੱਤਾ ਜਾਂਦਾ ਉਹਨਾਂ ਨੂੰ, ਹੈ ਨਾ। ਤੇ ਇੱਥੇ ਆਪਣੇ ਉਸ ਤਰੀਕੇ ਦਾ ਨਹੀਂ ਕੁਛ ਵੀ। ਕੀ ਲੱਗਦਾ ਵੀ ਲੇਖਕਾਂ ਦੀ ਇੱਦਾਂ ਦਾ ਹੋਣੀ ਚਾਹੀਦੀ ਕਦਰ, ਖਾਸ ਕਰਕੇ ਲਿਟਰੇਚਰ ਦੀ ਗੱਲ ਕਰ ਰਿਹਾ ਮੈਂ, ਸਾਹਿਤ ਦੀ? ਉਹ ਤਾਂ ਦੇਖੋ ਮਾਹੌਲ ਹੁੰਦੇ ਆ ਕੌਮਾਂ ਦੇ। ਸਾਡੇ ਇੱਥੇ ਉਨਾ ਜ਼ਿਆਦਾ ਅਸੀਂ ਰੀਡਿੰਗ ਹੈਬਿਟ ਸਾਡੀਆਂ ਨਹੀਂ ਹੈਗੀਆਂ। ਔਰ ਪੰਜਾਬੀਆਂ ਦੀਆਂ, ਜਦੋਂ ਪੰਜਾਬੀ ਜ਼ੁਬਾਨ ਦੇ ਵਿੱਚ ਪੰਜਾਬੀ ਲੋਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੇ ਸ਼ੁਗਲ ਹੋਰ ਕਿਸਮ ਦੇ ਬਹੁਤ ਨੇ, ਹੈ ਨਾ। ਸਾਡਾ ਕਲਚਰ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਨੇ। ਕਿਤਾਬ ਕਲਚਰ ਸਾਡੇ ਘੱਟ ਆ। ਤਾਂ ਜਦੋਂ ਕਿਤਾਬ ਕਲਚਰ ਘੱਟ ਆ ਤਾਂ ਕਿਤਾਬਾਂ ਲਿਖਣ ਵਾਲਿਆਂ ਦੇ ਸਤਿਕਾਰ ਦਾ ਵੀ ਥੋੜ੍ਹਾ ਬਹੁਤਾ ਫਰਕ ਪਊਗਾ, ਹੈ ਨਾ। ਤੁਸੀਂ ਜਿਹੜੀ ਚੀਜ਼ ਦੀ ਮੰਗ ਆ ਜਾਂ ਜਿਹੜੀ ਚੀਜ਼ ਦਾ ਤੁਸੀਂ ਜਿਹਦੇ ਨਾਲ ਜੁੜੇ ਆ ਵੱਧ, ਤਾਂ ਯਕੀਨਨ ਉਹਨੂੰ ਹੀ ਵੱਧ ਅਹਿਮੀਅਤ ਦਿੰਦੇ ਆ। ਜਦੋਂ ਕਿਤਾਬ ਕਲਚਰ ਘੱਟ ਆ ਤਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਘੱਟ ਨੇ। ਸਤਿਕਾਰ ਜਾਂ ਉਸ ਤਰ੍ਹਾਂ ਦੀ ਵੇਟੇਜ ਜਾਂ ਉਸ ਤਰ੍ਹਾਂ ਦਾ ਰੁਤਬਾ ਦੇਣਾ, ਨਹੀਂ, ਸਵਾਲ ਇਹ ਵੀ ਆ ਵੀ ਕਲਚਰ ਘੱਟ ਕਿਉਂ ਆ? ਕਿਉਂਕਿ ਹੁਣ ਜੇ ਆਪਾਂ ਕਿਸੇ ਨੌਜਵਾਨ ਪੀੜ੍ਹੀ ਨੂੰ ਕਹੀ ਜਾਂਦੇ ਵੀ ਸਾਹਿਤ ਨਾਲੋਂ ਤੁਸੀਂ ਟੁੱਟ ਗਏ ਜਾਂ ਕਿਉਂ ਟੁੱਟਦੇ, ਉਹਨਾਂ ਦਾ ਜਵਾਬ ਹੁੰਦਾ ਵੀ ਜ਼ਰੂਰੀ ਥੋੜਾ ਵੀ ਕਿਤਾਬਾਂ ਪੜ੍ਹਨਾ ਗਿਆਨ ਆਉਂਦਾ। ਗਿਆਨ ਸਾਡੇ ਆਸੇ-ਪਾਸੇ ਬੜਾ ਖਿਲ ਰਿਹਾ ਪਿਆ ਹੁਣ ਤਾਂ, ਜੇ ਮੋਬਾਈਲ ਆ, YouTube ਆ, ਕਿੰਨਾ ਕੁਛ ਆ, ਸਾਨੂੰ ਚਾਰ ਚੁਫੇਰੇ ਮਿਲ ਰਿਹਾ ਸੁਣਨਾ। ਅਸੀਂ ਕਿਤਾਬਾਂ ਹੀ ਕਿਉਂ ਪੜ੍ਹੀਏ? ਨਹੀਂ, ਉਹਦਾ ਤਾਂ ਇਹ ਹੈਗਾ ਨਾ, ਦੇਖੋ ਜਾਣਕਾਰੀ ਦੋ ਗੱਲਾਂ ਨੇ। ਵੀ ਤੁਸੀਂ ਡਾਟਾ ਕਲੈਕਟ ਕਰ ਰਹੇ ਆ, ਕੋਈ ਜਾਣਕਾਰੀ ਲੈ ਰਹੇ ਆ, ਕਿ ਲਿਟਰੇਚਰ ਪੜ੍ਹ ਰਹੇ ਆ। ਦੋਵਾਂ ਸਿਨਫਾਂ ਦੇ ਵਿੱਚ ਬਹੁਤ ਫਰਕ ਆ। ਜੇ ਤੁਸੀਂ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣੀ ਆ, ਦੇ ਦੂਗਾ ਇੰਟਰਨੈਟ। ਦੂਸਰੀ ਚੀਜ਼ ਇਹ ਹੈਗੀ, ਜ਼ਰੂਰ ਮੈਂ ਇਸ ਗੱਲ ਨਾਲ ਇਤਫਾਕ ਕਰਦਾ ਕਿ ਸੋਰਸਿਸ ਟੂਲ ਬਦਲਦੇ ਨੇ। ਇਹ ਆਪਣੀ ਤਰ੍ਹਾਂ ਇੰਟਰਨੈਟ ਵੀ ਆਪਣੀ ਤਰ੍ਹਾਂ ਨਾਲ ਇੱਕ ਜਾਣਕਾਰੀ ਦਾ ਟੂਲ ਆ ਵੈਸੇ ਜੀ, ਪਰ ਕਿਤਾਬ ਦਾ ਜਿਹੜਾ ਅਹਿਸਾਸ ਆ ਨਾ, ਉਹ ਬਹੁਤ ਵੱਖਰੀ ਤਰ੍ਹਾਂ ਦਾ ਅਹਿਸਾਸ ਆ। ਇੰਟਰਨੈਟ ਦੀਆਂ ਲਿਮਿਟੇਸ਼ਨਸ ਹੋ ਸਕਦੀਆਂ, ਇੰਟਰਨੈਟ ਕੰਮ ਹੀ ਨਹੀਂ ਕਰ ਰਿਹਾ, ਤੁਸੀਂ ਜੋ ਮਰਜ਼ੀ ਸਰਚ ਕਰੀ ਜਾਓ। ਜੇ ਇੰਟਰਨੈਟ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਕਿੱਦਾਂ ਫਾਈਂਡ ਆਊਟ ਕਰ ਸਕੋਗੇ ਉਸ ਚੀਜ਼ ਨੂੰ, ਕਿੱਦਾਂ ਲੱਭ ਸਕੋਗੇ ਉਸ ਜਾਣਕਾਰੀ ਨੂੰ? ਕਿਤਾਬ ਤਾਂ ਫਿਜ਼ੀਕਲੀ ਜਿੰਦੀ ਜਾਗਦੀ ਹੈ ਤੁਹਾਡੇ, ਜਿਹਦੀ ਨਾ ਬੈਟਰੀ ਮੁੱਕਣੀ, ਨਾ ਜਿਹਦਾ ਕੋਈ ਡਾਟਾ ਲਾਸ ਹੋਣਾ, ਹੈ ਨਾ। ਉਹਨੂੰ ਤਾਂ ਜਦੋਂ ਮਰਜ਼ੀ ਪੜ੍ਹ ਸਕਦੇ, ਮੁੱਦਤਾਂ ਤੱਕ ਉਹ ਸਾਂਭੀ ਰਹਿਣੀਆਂ ਲਾਇਬ੍ਰੇਰੀਆਂ 'ਚ ਸਾਰਾ ਕੁਝ। ਪਰ ਦੂਸਰਾ ਐਂਗਲ ਗੁਰਦੇਵ ਜੀ ਇਹ ਹੈਗਾ ਕਿ ਜਿਹੜਾ ਲਿਟਰੇਚਰ ਦੇ, ਜੇ ਤੁਸੀਂ ਹਵਾਲੇ ਨਾਲ ਮੈਨੂੰ ਪੁੱਛੋ ਲਿਟਰੇਚਰ ਔਰ ਇਹਨਾਂ ਚੀਜ਼ਾਂ ਦੇ ਫਰਕ ਨੂੰ, ਤਾਂ ਲਿਟਰੇਚਰ ਦੇ ਵਿੱਚ ਇਹ ਹੈਗਾ ਕਿ ਜਿਹੜੀ ਜਾਣਕਾਰੀ ਆ ਨਾ, ਜਾਣਕਾਰੀ ਔਰ ਲਿਟਰੇਚਰ ਦਾ ਜਿਹੜਾ ਬੇਸਿਕ ਫਰਕ ਆ ਉਹ ਇਹ ਹੈ ਕਿ ਲਿਟਰੇਚਰ ਦੇ ਵਿੱਚ ਅਹਿਸਾਸ ਜਿਉਂਦੇ ਨੇ। ਉਹਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾਉਣਾ ਚਾਹੁੰਦਾ ਵੀ ਜੀ, ਤੁਸੀਂ ਪਾਰਟੀਸ਼ਨ ਬਾਰੇ ਜਾਣਕਾਰੀ ਕੱਢ ਲਓ ਇੰਟਰਨੈਟ ਤੋਂ ਜਾਂ ਕਿਤੇੋਂ ਵੀ, ਚਾਹੇ ਕਿਸੇ ਕਿਤਾਬ ਦੇ ਵਿੱਚੋਂ, ਉਹ ਤੁਹਾਨੂੰ ਡਾਟਾ ਦੱਸੂ, ਹਨਾ, ਵੀ ਇਸ ਤਰ੍ਹਾਂ ਹੋਇਆ ਔਰ ਫਲਾਨੇ ਅੰਗਰੇਜ਼ ਅਫਸਰ ਨੇ ਇੱਕ ਲੀਕ ਐ ਖਿੱਚਤੀ, ਪਾਰਟੀਸ਼ਨ ਹੋ ਗਈ ਔਰ ਇੰਨੇ ਲੱਖ ਬੰਦਾ ਮਾਰਿਆ ਗਿਆ, 10 ਲੱਖ ਪੰਜਾਬੀ, ਇਹ ਉਹ ਜੋ ਵੀ ਡਾਟਾ, ਇਹ ਡਾਟਾ ਵਾ। ਉਦੋਂ ਬਾਅਦ ਜਦੋਂ ਤੁਸੀਂ ਕਹਾਣੀ ਪੜ੍ਹਦੇ ਆ ਤਾਂ ਉਹਦੇ ਵਿੱਚੋਂ ਤੁਹਾਨੂੰ ਅਹਿਸਾਸ ਦਿੰਦਾ ਵੀ ਹੋਇਆ ਕੀ। ਕੋਈ ਬੰਦਾ ਮਰ ਰਿਹਾ ਸੀਗਾ, ਉਹਨੇ ਕੀ ਸੋਚਿਆ? ਕੋਈ ਬੰਦਾ ਘਰ ਛੱਡ ਕੇ ਤੁਰਿਆ ਜਾਂਦਾ ਸੀ, ਉਹਨੇ ਕੀ ਸੋਚਿਆ? ਹਨਾ, ਮੈਨੂੰ ਪੁੱਲ ਕਹਾਣੀ ਯਾਦ ਆ ਰਹੀ ਸਾਡੇ ਮਿੱਤਰ ਸਾਵਲ ਧਾਮੀ ਹੋਣਾ ਦੀ। ਉਹਦੇ 'ਚ ਇੱਕ ਥਾਂ ਇਸ ਤਰ੍ਹਾਂ ਦਾ ਰੈਫਰੈਂਸ ਆਉਂਦਾ ਕਿ ਬੱਚਾ ਫੜਦਾ ਔਰ ਕੰਧ ਦੇ ਨਾਲ ਮਾਰ ਦਿੰਦਾ ਉਹਨੂੰ ਜਿਹੜਾ ਬੰਦਾ। ਤਾਂ ਤੁਸੀਂ ਹਿੱਲ ਜਾਂਦੇ ਹੋ ਕਿ ਅੱਛਾ ਇੰਨਾ ਬੰਦਾ ਜ਼ਾਲਿਮ ਹੋ ਗਿਆ ਸੀਗਾ, ਹਨਾ। ਹੋਰ ਕਹਾਣੀਆਂ, ਭਾਰ ਕਹਾਣੀ ਹੈ ਸਾਡੇ ਕੋਲ ਮਨਿੰਦਰ ਕਾਂਗ ਹੋਣਾ ਦੀ, ਕਿੰਨੀਆਂ ਕਿਤਾਬਾਂ, ਕਿੰਨਾ ਸਾਰਾ ਕੁਛ ਆ, ਕਿੰਨਾ ਲਿਟਰੇਚਰ ਉੱਤੇ ਲਿਖਿਆ ਗਿਆ। ਦੋ ਲੋਕ ਇੱਕ ਨਾਵਲ ਆ ਗੁਲਜ਼ਾਰ ਹੋਣਾ ਦਾ ਹਿੰਦੀ ਦੇ ਵਿੱਚ, ਤੁਸੀਂ ਉਹਨੂੰ ਪੜ੍ਹ ਕੇ ਦੇਖੋ, ਬੇਹੱਦ ਖੂਬਸੂਰਤ ਨਾਵਲ ਆ। ਤਾਂ ਜਦੋਂ ਤੁਸੀਂ ਲਿਟਰੇਚਰ ਪੜ੍ਹਦੇ ਆ ਨਾ, ਬੇਸ਼ੱਕ ਕਿਸੇ ਮਸਲੇ ਤੇ 84 ਤੇ ਮੈਂ ਕਹਿੰਦਾ ਕਿ 84 ਦਾ ਡਾਟਾ ਕੱਢ ਲਓ ਤੁਸੀਂ, ਹਨਾ, ਜਿਹੜਾ ਪੰਜਾਬ ਸੰਕਟ ਦਾ ਜਿਹੜਾ ਸਮਾਂ ਸੀਗਾ, ਡਾਟਾ ਤੁਹਾਨੂੰ ਦੱਸ ਦੂਗਾ ਕੀ ਹੋਇਆ, ਕਿੱਦਾਂ ਹੋਇਆ, ਕਿੰਨੇ ਲੋਕ ਮਾਰੇ ਗਏ, ਕਿਸ ਤਰ੍ਹਾਂ ਦੇ ਇਨਕਾਊਂਟਰ ਹੋਏ, ਫਲਾਨਾ ਫਲਾਨਾ ਫਲਾਨਾ।
ਪਰ ਜੇ ਤੁਸੀਂ ਕਹਾਣੀ ਪੜ੍ਹੋ, ਹੁਣ ਮੈਂ ਠੀਕ ਠਾਕ ਹਾਂ ਵਰਿਆਮ ਸੰਧੂ ਹੁਣਾਂ ਦੀ, ਤਾਂ ਤੁਸੀਂ ਉਸ ਅਹਿਸਾਸ ਨੂੰ ਸਮਝੋਗੇ ਕਿ ਕਿਵੇਂ ਕੁੱਤਾ ਮਾਰਿਆ ਨਹੀਂ ਜਾ ਰਿਹਾ ਬੰਦੇ ਕੋਲੋਂ, ਕਿਉਂਕਿ ਕੁੱਤਾ ਘਰ ਦਾ ਜੀ ਆ, ਉਨੀ ਮੁਹੱਬਤ ਆ ਉਹਦੇ ਨਾਲ। ਔਰ ਫਿਰ ਨਿੱਕੇ ਨਿੱਕੇ ਵੇਰਵੇ ਤੁਹਾਨੂੰ ਇਹ ਦੱਸਣਗੇ ਕਿ ਬੰਦੇ ਦੀ ਹੋਣੀ ਕੀ ਸੀਗੀ ਉਦੋਂ, ਵੀ ਦਿਨੇ ਹਨਾ ਦਿਨੇ ਸਿਸਟਮ ਤੰਗ ਕਰ ਰਿਹਾ, ਰਾਤ ਨੂੰ ਉਹ ਤੰਗ ਕਰ ਰਿਹਾ, ਕੁਛ ਵੀ। ਤਾਂ ਜਿਹੜਾ ਉਹ ਅਹਿਸਾਸ ਆ ਨਾ, ਉਹ ਲਿਟਰੇਚਰ ਦੇ ਰਾਹੀਂ, ਕਿਤਾਬਾਂ ਦੇ ਰਾਹੀਂ। ਔਰ ਫਿਰ ਦੂਸਰੀ ਗੱਲ, ਮਤਲਬ ਜੇ ਅਹਿਸਾਸਾਂ ਦੀ ਗੱਲ ਕਰੋ, ਥੋੜਾ ਸੈਂਸਿਟਿਵ ਹੋ ਕੇ ਗੱਲ ਕਰੋ, ਤਾਂ ਜਿਹੜੀ ਕਿਤਾਬਾਂ ਦੀ ਇੱਕ ਪੇਜਾਂ ਦੀ ਜਿਹੜੀ ਮਹਿਕ ਆ, ਸਫ਼ਿਆਂ ਦੀ ਜਿਹੜੀ ਮਹਿਕ, ਖੂਬਸੂਰਤ, ਉਹਦਾ ਜਿਹੜਾ ਅਹਿਸਾਸ ਆ, ਉਹ ਤਾਂ ਉਹਨੂੰ ਹੋਊਗਾ ਜਿਹੜਾ ਜੁੜਿਆ ਉਸ ਚੀਜ਼ ਨਾਲ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਇੱਕ ਹੋਰ ਗੱਲ, ਹਰ ਯੁੱਗ ਦੇ ਵਿੱਚ ਕਿਤਾਬਾਂ ਪੜ੍ਹਨ ਵਾਲੇ ਲੋਕ ਬਹੁਤੇ ਨਹੀਂ ਹੋਏ। ਵੀ ਜੇ ਤੁਸੀਂ ਪਿੱਛੇ ਦੇਖੋ ਜਾਂ ਅੱਗੇ ਦੇਖੋ ਜਾਂ ਕਿਤੇ ਵੀ ਹੋਰ ਦੇਖੋ, ਔਰ ਖਾਸ ਤੌਰ ਤੇ ਸਾਡੀ ਕੌਮ ਦੇ ਵਿੱਚ ਵਜ੍ਹਾ ਹੋ ਸਕਦੀ ਹੈ ਜੇ ਅਸੀਂ ਇਤਿਹਾਸਕ ਔਰ ਭੂਗੋਲਿਕ ਮਸਲਿਆਂ 'ਚ ਪੈ ਜਾਈਏ, ਵੀ ਸਾਨੂੰ ਸਾਰੀ ਉਮਰ ਫੜੋਦੜੀ ਪਈ ਰਹੀ, ਭੱਜ ਨੱਸ ਪਈ ਰਹੀ, ਹਨਾ, ਵੀ ਕਦੇ 84 ਆ ਗਿਆ, ਕਦੇ 47 ਆ ਗਿਆ, ਕਦੇ ਫਲਾਨਾ ਆ ਗਿਆ, ਵੀ ਅਸੀਂ ਲਿਖਣ ਪੜ੍ਹਨ ਵੱਲੇ ਉਹਨਾਂ ਹੋ ਹੀ ਨਹੀਂ ਸਕੇ, ਸਾਨੂੰ ਵੇਲ ਹੀ ਨਹੀਂ ਮਿਲੀ, ਕਿਉਂਕਿ ਪ੍ਰਵੇਸ਼ ਦੁਆਰ ਵੀ ਰਿਹਾ ਸਾਡਾ ਪੰਜਾਬ, ਅਸੀਂ ਹਿਸਟਰੀ 'ਚ ਪੜ੍ਹਦੇ ਹਾਂ। ਵਜ੍ਹਾ ਹੋ ਸਕਦੀ ਕੋਈ ਵੀ, ਪਰ ਇਹ ਹੈਗਾ ਕਿ ਇਸ ਸਾਰੀ ਵਜ੍ਹਾ ਤੋਂ ਬਾਅਦ ਵੀ ਪੜ੍ਹਨ ਵਾਲੇ ਹਮੇਸ਼ਾ ਥੋੜੇ ਰਹੇ ਆ, ਉਹਨਾਂ ਦਾ ਦਾਇਰਾ ਹਮੇਸ਼ਾ ਥੋੜਾ ਰਿਹਾ। ਹੁਣ ਵੀ ਜਿਹੜੇ ਪੜ੍ਹਨ ਵਾਲੇ ਆ ਨਾ, ਬਥੇਰੇ ਜਿਹੜੇ ਪੜ੍ਹਨ ਵਾਲੇ ਨੇ ਉਹ ਹੈਗੇ ਲੋਕ ਨੇ, ਅੱਛਾ, ਲੱਭਦੇ ਨੇ, ਪੜ੍ਹਦੇ ਨੇ। ਜੀ ਜੀ ਜੀ। ਅੱਛਾ, ਤੁਸੀਂ ਕਿਹਾ ਵੀ ਸਾਹਿਤ ਤੋਂ ਦੂਰ ਹੋਣ ਵਾਲੀ ਗੱਲ ਕਰੀ ਹੈ ਨਾ, ਕਿਸੇ ਵਕਤ ਤੁਸੀਂ ਜਦੋਂ ਖੁਦ ਸਟੱਡੀ ਕਰਦੇ ਸੀਗੇ, ਪੜ੍ਹਦੇ ਸੀਗੇ, ਹਨਾ, ਉਦੋਂ ਤੁਹਾਨੂੰ ਪ੍ਰੇਮ ਸੀ। ਅੱਜ ਤੁਸੀਂ ਪੜ੍ਹਾਉਂਦੇ ਹੋ ਐਜ਼ ਏ ਪ੍ਰੋਫੈਸਰ, ਤੁਸੀਂ ਆਪਣੇ ਕਾਲਜ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਜੀ। ਹੁਣ ਨੌਜਵਾਨ ਪੀੜ੍ਹੀ ਦਾ ਕੀ ਲੱਗਦਾ ਆ ਵੀ ਕੀ ਨਿਸ਼ਾਨਾ, ਕਿੱਦਾਂ ਦੇ ਸ਼ੌਂਕ ਨੇ, ਜਾਂ ਤੁਸੀਂ ਕਿਵੇਂ ਪ੍ਰੇਰਿਤ ਕਰਦੇ ਹੋ ਲਿਟਰੇਚਰ ਬੜਾ ਜ਼ਰੂਰੀ ਆ, ਪੜ੍ਹਨਾ ਚਾਹੀਦਾ? ਹਾਂ, ਬਿਲਕੁਲ ਬਿਲਕੁਲ। ਉਹ ਇਹ ਹੈਗਾ ਕਿ ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਆਪਾਂ ਕਿਸੇ ਹੋਰ ਗੱਲ ਦੇ ਹਵਾਲੇ ਨਾਲ, ਕਿ ਜਦੋਂ ਜਨਰੇਸ਼ਨ ਚੇਂਜ ਹੁੰਦੀ ਆ ਨਾ, ਤਾਂ ਉਹਦੇ ਮਿਜ਼ਾਜ, ਉਹਦੇ ਸ਼ੌਕ, ਉਹਦੀ ਤਬੀਅਤ ਵੀ ਬਦਲਣੀ ਹੁੰਦੀ ਆ। ਜਿਹੜੇ ਸਾਡੇ ਅੱਗੇ ਬੱਚੇ ਨੇ, ਉਹਨਾਂ ਦਾ ਹੋਰ ਤਰ੍ਹਾਂ ਦਾ ਪੈਟਰਨ ਆ, ਹਨਾ। ਜਿਹੜੇ ਮੇਰੇ ਸਟੂਡੈਂਟ ਨੇ, ਉਹਨਾਂ ਦਾ ਹੋਰ ਤਰ੍ਹਾਂ ਦਾ ਪੈਟਰਨ ਹੋਊਗਾ। ਜਦੋਂ ਅਸੀਂ ਸਟੂਡੈਂਟ ਸੀ, ਸਾਡਾ ਹੋਰ ਤਰ੍ਹਾਂ ਦਾ ਸੁਭਾਅ ਸੀਗਾ। ਉਹ ਪੂਰੀ ਕਲਾਸ ਦਾ ਆਪਣੀ ਤਰ੍ਹਾਂ ਦਾ ਮਾਹੌਲ ਅੱਡ ਹੋਊਗਾ। ਉਹ ਹੋਣਾ ਹੁੰਦਾ ਫਰਕ ਜਨਰੇਸ਼ਨ ਦੇ ਨਾਲ। ਨਵੇਂ ਮੁੰਡੇ ਕੁੜੀਆਂ ਕੋਲੇ, ਜਿਵੇਂ ਤੁਸੀਂ ਵੀ ਸਵਾਲ ਹੈ ਨਾ ਵੀ ਆਪਾਂ ਜਨਰੇਸ਼ਨ ਦੇ ਹਾਣ ਦਾ ਕਿਉਂ ਨਹੀਂ ਲਿਖਦੇ, ਵੀ ਆਪਾਂ ਉਦਾਂ ਦਾ ਨੂੰ ਇੰਟਰਸਟ ਪੈਦਾ ਹੋਵੇ। ਨਹੀਂ, ਲਿਖਿਆ ਵੀ ਜਾ ਰਿਹਾ, ਐਸੀ ਵੀ ਗੱਲ ਨਹੀਂ, ਲਿਖਿਆ ਵੀ ਜਾ ਰਿਹਾ ਔਰ ਪੜ੍ਹਿਆ ਵੀ ਜਾ ਰਿਹਾ। ਮਤਲਬ ਬਹੁਤ ਸਾਰੇ ਮੁੰਡੇ ਕੁੜੀਆਂ, ਬੀਂਗ ਏ ਰਾਈਟਰ, ਮੇਰੇ ਨਾਲ ਜਦੋਂ ਗੱਲਾਂ ਹੁੰਦੀਆਂ ਮੈਂ ਦੇਖਦਾ, ਤਾਂ ਪੜ੍ਹਨ ਵਾਲੇ ਹੈਗੇ ਨੇ, ਐਸੀ ਵੀ ਗੱਲ ਨਹੀਂ। ਬੇਸ਼ੱਕ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਨਾ, ਉਹ ਲੋਕ ਥੋੜੇ ਹੁੰਦੇ ਨੇ ਜਿਹੜੇ ਪੜ੍ਹਦੇ ਨੇ, ਉਹ ਹਰ ਯੁੱਗ 'ਚ ਥੋੜੇ ਰਹੇ ਨੇ। ਹੁਣ ਵੀ ਥੋੜੇ ਬੇਸ਼ੱਕ ਹੋਣ, ਪਰ ਹੈਗੇ ਨੇ ਲਗਾਤਾਰ ਜਿਹੜੇ ਪੜ੍ਹ ਰਹੇ ਨੇ, ਲੱਭ ਕੇ ਪੜ੍ਹ ਰਹੇ ਨੇ। ਔਰ ਮਤਲਬ ਬਹੁਤ ਸਾਰੇ ਰੀਡਰ ਐਸੇ ਹੈਗੇ ਨੇ ਜਿਹੜੇ ਲਗਾਤਾਰ ਮੇਰੇ ਸੰਪਰਕ 'ਚ ਹੋਣਗੇ, ਵੀ ਤੁਹਾਡੀ ਆਹ ਚੀਜ਼ ਵੀ ਪੜ੍ਹ ਲਈ, ਹੁਣ ਆਹ ਚੀਜ਼ ਵੀ। ਬੜੇ ਨਵੇਂ ਮੁੰਡੇ ਕੁੜੀਆਂ, ਐਸੀ ਕੋਈ ਗੱਲ ਨਹੀਂ ਕਿ ਨਹੀਂ ਪੜ੍ਹਦੇ। ਮੈਂ ਆਪਣੇ ਜੇ ਸਟੂਡੈਂਟਸ ਦੀ ਗੱਲ ਕਰਾਂ, ਆਪਣੇ ਵਿਦਿਆਰਥੀਆਂ ਦੀ ਜੇਕਰ ਗੱਲ ਕਰਾਂ, ਤਾਂ ਬੇਸ਼ੱਕ ਜੇ 80 ਜਣਿਆਂ ਦੀ ਕਲਾਸ ਆ, ਤਾਂ 80 ਦੇ ਵਿੱਚੋਂ 2 ਜਣੇ ਕਿਤਾਬਾਂ ਪੜ੍ਹਦੇ ਹੋਣ, ਉਹ 2 ਵੀ ਹੋ ਸਕਦੇ ਹੋਣਗੇ। ਇਹ ਹਮੇਸ਼ਾ ਕਿਸੇ ਵੀ ਚੀਜ਼ ਦਾ ਜਿਹੜਾ ਕੋਈ ਉਹ ਬੀਜ ਆ, ਕੋਈ ਨਾਸ਼ ਹੋਣ ਵਰਗੀ ਗੱਲ ਨਹੀਂ ਹੁੰਦੀ। ਪੜ੍ਹਨ ਵਾਲੇ ਹੁਣ ਵੀ ਹੈਗੇ ਨੇ, ਪੜ੍ਹ ਰਹੇ ਨੇ। ਅੱਛਾ, ਤੁਸੀਂ ਪੜ੍ਹਨ ਵਾਲਿਆਂ ਦੀ ਗੱਲ ਕੀਤੀ, ਮੈਨੂੰ ਇੱਕ ਉਦਾਹਰਨ ਯਾਦ ਆ ਗਈ, ਅਜੇ ਕੋਈ ਬੜੀ ਪੁਰਾਣੀ ਨਹੀਂ, ਕੁਝ ਦਿਨ ਪਹਿਲਾਂ ਦੀ ਗੱਲ ਹੀ ਆ। ਪਟਿਆਲੇ ਬੱਸ ਸਟੈਂਡ ਤੇ ਇੰਨਾ ਜ਼ਿਆਦਾ ਭੀੜ ਭੜੱਕਾ, ਇੰਨਾ ਜ਼ਿਆਦਾ ਆਰਾਮ ਰੌਲਾ ਉੱਥੇ, ਹਨਾ। ਉਹਦੇ ਵਿੱਚ ਵੀ 2 ਜਣੇ, ਇੱਕ ਲੜਕਾ ਲੜਕੀ ਬੈਠੇ ਨੇ, ਸ਼ਾਇਦ 3 ਸੀਗੇ ਬੈਠੇ ਸੀ। ਤੇ ਉਸ ਵਕਤ ਉਹ ਪ੍ਰਗਟ ਸਿੰਘ ਸਤੌਜ ਦਾ ਮੁਹੱਬਤ ਵੇਲਾ ਪੜ੍ਹਨ ਦੇ ਉਹਦੇ ਵਿੱਚ, ਤਾਂ ਮੈਂ ਲੰਘਦਾ ਨੋਟ ਕਰਿਆ ਵੀ ਅਜੇ ਵੀ ਪੜ੍ਹਨ ਵਾਲੇ ਤਾਂ ਹੈਗੇ ਨੇ, ਇੰਨੇ ਆਰਾਮ ਰੌਲੇ ਦੇ ਵਿੱਚ ਵੀ ਆਪਣੇ ਆਪ 'ਚ ਖੁੱਬੇ ਨੇ। ਬਿਲਕੁਲ। ਔਰ ਇਹ ਗੱਲ ਤਾਂ ਸ਼ਾਇਦ ਪ੍ਰਗਟ ਨੂੰ ਵੀ ਬੜਾ ਵੱਡਾ ਕੰਪਲੀਮੈਂਟ ਆ, ਵੀ ਇੰਨੀ ਭੀੜ 'ਚ ਵੀ ਕੋਈ ਉਹਨੂੰ ਪੜ੍ਹ ਰਿਹਾ। ਔਰ ਦੂਸਰੀ ਗੱਲ, ਇਹ ਕਲਚਰ ਦੇਖੋ, ਤੁਸੀਂ ਜਿਹੜੀ ਗੱਲ ਕੀਤੀ ਨਾ, ਮੈਂ ਤਾਂ ਵਿਦੇਸ਼ ਜਾ ਕੇ ਇਹ ਚੀਜ਼ ਅੱਖੀ ਦੇਖੀ, ਟ੍ਰੇਨਾਂ ਦੇ ਵਿੱਚ, ਬੱਸਾਂ ਦੇ ਵਿੱਚ ਮੈਂ ਲੋਕਾਂ ਨੂੰ ਪੜ੍ਹਦੇ ਦੇਖਿਆ। ਮਤਲਬ 10 ਮਿਸ ਕਰਕੇ ਰਿਹਾ ਕਿ ਸੁਣੀ ਗੱਲ ਹੁੰਦੀ, ਇੱਕ ਵਾਰ ਅਸੀਂ ਕਹਿ ਦਿੰਦੇ ਹਾਂ ਨਾ ਵੀ ਫਲਾਨੀ ਥਾਂ ਤੇ ਲੋਕ ਬੱਸਾਂ 'ਚ ਵੀ ਪੜ੍ਹਦੇ, ਫਲਾਨੀ ਥਾਂ ਇਹ ਲੋਕ ਟ੍ਰੇਨਾਂ 'ਚ ਵੀ ਪੜ੍ਹਦੇ। ਮੈਂ ਤਾਂ ਅੱਖੀ ਵੀ ਦੇਖੇ ਹੋਰ ਮੁਲਕਾਂ 'ਚ ਜਾ ਕੇ ਵੀ ਪੜ੍ਹ ਰਹੇ ਨੇ ਲੋਕ। ਸੋ ਜੇ ਸਾਡੇ ਮੁੰਡੇ ਕੁੜੀਆਂ ਉਹਨਾਂ ਵਰਗਾ ਕਲਚਰ ਲੈ ਕੇ ਆ ਰਹੇ ਨੇ, ਵੀ ਬੜੇ ਪਟਿਆਲੇ ਵਰਗਾ ਬੱਸ ਅੱਡਾ ਜਿਹੜਾ, ਇੰਨੀ ਭੀੜ, ਔਰ ਜਿੱਥੇ ਕੋਈ ਸਿਸਟਮ ਹਿਸਾਬ ਹੀ ਨਹੀਂ, ਹਨਾ, ਖਲਕਤ ਹੀ ਖਲਕਤ ਔਰ ਰੌਲਾ ਹੀ ਰੌਲਾ, ਕੋਈ ਉਸ ਤਰ੍ਹਾਂ ਕੋਈ ਰੀਡਿੰਗ ਰੂਮ ਟਾਈਪ, ਕੋਈ ਉਸ ਤਰ੍ਹਾਂ ਕੋਈ ਵੇਟਿੰਗ ਰੂਮ ਨਹੀਂ ਹੈ। ਤਾਂ ਉੱਥੇ ਵੀ ਜੇ ਕੋਈ ਮੁਹੱਬਤ ਵੇਲਾ ਪੜ੍ਹ ਰਿਹਾ, ਤਾਂ ਮੈਨੂੰ ਲੱਗਦਾ ਇਹ ਗੱਲ ਸਾਡੇ ਸਾਰਿਆਂ ਲਈ ਸ਼ੁਭ। ਔਰ ਪ੍ਰਗਟ ਨੂੰ ਮੈਨੂੰ ਲੱਗਦਾ ਵੀ ਪ੍ਰਗਟ ਲਈ ਤਾਂ ਬਾਹਲੀ ਸ਼ੁਭ ਆ ਕਿ ਕੋਈ ਉਹਨੂੰ ਇੰਨਾ ਪਿਆਰ ਕਰ ਰਿਹਾ। ਬਿਲਕੁਲ ਜੀ, ਬਿਲਕੁਲ। ਅੱਛਾ, ਹੁਣ ਕਹਾਣੀਆਂ ਵੱਲ ਆਉਂਦੇ ਆ ਆਪਾਂ। ਇਸ ਪ੍ਰੋਗਰਾਮ ਨੂੰ ਹੁਣ ਸਮੇਟਣਾ ਮਿਡ ਤੋਂ ਅੱਗੇ ਚਲੇ ਗਿਆ, ਤੇ ਹੁਣ ਆਪਾਂ ਤੁਹਾਡੀਆਂ ਕਹਾਣੀਆਂ ਦੀ ਗੱਲ ਕਰਦੇ, ਹਨਾ। ਵੈਸੇ ਤੇ ਵੱਖਰੇ ਵੱਖਰੇ ਵਿਸ਼ੇ ਤੁਸੀਂ, ਹਨਾ ਜੀ, ਛੋਹੇ ਜੀ, ਹਨਾ, ਵੀ ਵੱਖਰੇ ਵੱਖਰੇ ਕੋਸ਼ਿਸ਼ ਹੁੰਦੀ ਹਰ ਕਹਾਣੀਕਾਰ ਦੀ, ਵੀ ਮੈਂ ਹਰ ਵੱਖਰੇ ਸਬਜੈਕਟ ਤੇ, ਹਨਾ, ਗੱਲ ਕਹਿਣ ਦੀ ਕੋਸ਼ਿਸ਼ ਕਰਾਂ। ਜ਼ਿਆਦਾ ਮਨ ਦੇ ਨੇੜੇ ਕੀ
ਜਾਂ ਇਹੋ ਜਿਹੇ ਕੋਈ ਕਰੈਕਟਰ ਜਿਹੜੇ ਵਾਰ-ਵਾਰ ਤੁਹਾਨੂੰ ਘੇਰ ਲੈਂਦੇ ਨੇ, ਕੁਛ ਇਦਾਂ ਦੇ ਪਾਤਰ ਕਹਿ ਲਓ, ਕੋਈ ਘਟਨਾਵਾਂ ਤੁਹਾਨੂੰ ਘੇਰਦੀਆਂ ਨੇ ਵੀ ਤੁਹਾਡਾ ਵਾਰ-ਵਾਰ ਤੁਸੀਂ ਮੈਜੋਰਟੀ ਚ ਉਧਰ ਨੂੰ ਲਿਖਦੇ ਜੀ? ਨਹੀਂ, ਉਹ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਹਰੇਕ ਲੇਖਕ ਨਾਲ ਇੰਝ ਵਾਪਰਦਾ ਹੋਵੇ ਵੀ ਕਈ ਚੀਜ਼ਾਂ ਉਹਨੂੰ ਵੱਧ ਸ਼ਿੱਦਤ ਨਾਲ ਫੀਲ ਹੁੰਦੀਆਂ, ਵੱਧ ਸ਼ਿੱਦਤ ਦੇ ਨਾਲ ਮਹਿਸੂਸ ਹੁੰਦੀਆਂ। ਔਰ ਕੁਝ ਕਰੈਕਟਰ ਮੈਨੂੰ ਵੀ ਐਵੇਂ ਹੀ ਹਮੇਸ਼ਾ ਲੱਗਿਆ ਪਿੰਡਾਂ ਦੀ ਜ਼ਿੰਦਗੀ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਮੈਂ ਐਸੇ ਦੇਖੇ, ਆਪਣੇ ਬਚਪਨ ਤੋਂ ਦੇਖਦਾ ਆਇਆ ਵੀ ਜਿਹੜੇ ਬਹੁਤ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਸੀ ਕਈ ਕਾਰਨਾਂ ਕਰਕੇ, ਹੈ ਨਾ। ਬੇਸ਼ੱਕ ਉਹਨਾਂ ਨੇ ਉਖੜੀ ਜ਼ਿੰਦਗੀ ਜੀਵੀ ਹੋਵੇ। ਮੈਂ ਗੱਲ ਕਰਦਾ ਹੁੰਦਾ ਸਾਡੇ ਮਿੱਤਰ ਸਾਹਿਬ ਸਿੰਘ ਦੀ, ਤੁਸੀਂ ਵੀ ਉਹਨਾਂ ਨੂੰ ਜਾਣਦੇ। ਹਾਂਜੀ। ਮੈਂ ਇੱਕ ਆਰਟੀਕਲ 'ਚ ਉਹਨਾਂ ਦਾ ਰੈਫਰੈਂਸ ਵੀ ਸੀਗਾ, ਔਰ ਮੈਨੂੰ ਯਾਦ ਆ ਕਹਾਣੀ ਆ ਆਪ ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ, ਉਹ ਉਸ ਪਲ ਕਹਾਣੀ ਸੰਗ੍ਰਹਿ 'ਚ ਸੀਗੀ। ਤਾਂ ਉਹਦਾ ਜਿਹੜਾ ਕਰੈਕਟਰ ਸੀਗਾ ਉਹ ਉਹਨਾਂ ਤੋਂ ਪ੍ਰੇਰਿਤ ਸੀਗਾ, ਉਸ ਦੋਸਤ ਤੋਂ ਪ੍ਰੇਰਿਤ ਸੀਗਾ। ਤਾਂ ਉਹਨੇ ਉਖੜੀ ਜ਼ਿੰਦਗੀ ਜੀਵੀ ਸਾਰੀ ਉਮਰ, ਬਹੁਤ ਉਖੜੀ ਜ਼ਿੰਦਗੀ ਜੀਵੀ ਵੀ ਜਿਹਦੇ 'ਚ ਪੂਰਾ ਸੂਰਾ ਹੀ ਕੁਝ ਨਹੀਂ। ਸੋ ਇਸ ਤਰ੍ਹਾਂ ਦੇ ਬੰਦੇ, ਚਾਹੇ ਉਹ ਅਧੂਰੇ ਨੇ, ਚਾਹੇ ਉਹ ਪੂਰੇ ਨੇ, ਚਾਹੇ ਕਿਸੇ ਪਾਸਿਓਂ ਵੀ, ਉਹ ਬਾਰ-ਬਾਰ ਸ਼ਿੱਦਤ ਨਾਲ ਤੁਹਾਨੂੰ ਫੀਲ ਹੁੰਦੇ ਨੇ। ਮੈਨੂੰ ਭੋਲੇ ਭਾਲੇ ਕਰੈਕਟਰ, ਮੈਂ ਪਿੰਡ ਦੇਖਦਾ ਹੁੰਦਾ ਸੀਗਾ, ਇੱਕ ਦੀਪੋ ਨਾਂ ਦੀ ਔਰਤ ਸੀਗੀ, ਭੱਠੀ ਬਾਲਦੀ ਸੀਗੀ, ਦਾਣੇ ਭੁੰਨਦੀ ਸੀਗੀ, ਔਰ ਲੋਕਾਂ ਦੇ ਵਿਆਹਾਂ ਮਰਨਿਆਂ ਪਰਨਿਆਂ ਤੇ ਕੰਮ ਕਰਦੀ ਸੀਗੀ, ਭਾਂਡੇ ਧੋਣ ਦਾ, ਸੱਦੇ ਦੇਣ ਦਾ, ਹਨਾ, ਲਾਗਣ ਜਿਹਨੂੰ ਕਹਿ ਦਿੰਦੇ ਤੁਸੀਂ, ਲਾਗੀ ਸੀਗੀ। ਤਾਂ ਵੈਸੇ ਜੇ ਤੁਸੀਂ ਹੁਣ ਸੋਚੋ ਤਾਂ ਉਹਦਾ ਤਾਂ ਕੋਈ ਵਿਚਾਰੀ ਦਾ ਇਤਿਹਾਸ ਹੀ ਨਹੀਂ, ਹੈ ਨਾ। ਮੇਰੇ ਖਿਆਲ ਨਾਲ ਉਹਦਾ ਪਤਾ ਨਹੀਂ ਆਰ ਪਰਿਵਾਰ 'ਚੋਂ ਵੀ ਕੋਈ ਜਿਉਂਦਾ ਪਿੰਡ ਕਿ ਨਹੀਂ ਜਿਉਂਦਾ। ਪਰ ਉਹ ਜਿਹੜੀ ਸਾਰੇ ਨਗਰ ਦੀ ਸੁੱਖ ਮੰਗਦੀ ਸੀਗੀ ਬਿਨਾਂ ਕਿਸੇ ਲਾਲਚ ਤੋਂ, ਹੈ ਨਾ। ਲਾਲਚ ਇੰਨਾ ਹੀ ਸੀਗਾ ਵੀ ਲਾਗੀ ਆ ਸਾਰਿਆਂ ਦੀ, ਔਰ ਮੰਗ ਪਿੰਨ ਕੇ ਲੈ ਕੇ ਜਾਣਾ ਖਾਣਾ, ਔਰ ਸਾਰਿਆਂ ਦੀ ਸੁੱਖ ਮੰਗਣੀ, ਮੁਹੱਬਤ ਕਰਨੀ ਸਾਰਿਆਂ ਦੇ ਨਾਲ। ਸੋ ਉਹਦੇ ਦਾਣੇ ਭੁੰਨਣ ਦਾ ਜਿਹੜਾ ਉਹ ਸੀਗੀ ਇੱਕ ਤਲਿਸਮੀ ਜੀ ਦੁਨੀਆ, ਹੈ ਨਾ, ਭੱਠੀ ਬਲ ਰਹੀ। ਹੁਣ ਉਹ ਵੀ ਕਲਚਰ ਨਹੀਂ ਰਿਹਾ, ਪਿੰਡਾਂ 'ਚ ਵੀ ਨਹੀਂ ਰਿਹਾ ਇਵਨ। ਤਾਂ ਉਹਨੂੰ ਦੇਖ ਕੇ ਮੈਨੂੰ ਹਮੇਸ਼ਾ ਲੱਗਦਾ ਕਿ ਯਾਰ ਇਹਦੇ 'ਤੇ ਗੱਲ ਕੀਤੀ ਜਾਵੇ, ਇਹਦੀ ਕਹਾਣੀ ਕਢੀ ਜਾਵੇ। ਹਾਲਾਂਕਿ ਮੈਂ ਕਿੰਨਾ ਕਾਮਯਾਬ ਹੋਇਆ, ਕਿੰਨਾ ਕਾਮਯਾਬ ਨਹੀਂ ਹੋਇਆ, ਇਹ ਅਗਲੀਆਂ ਗੱਲਾਂ ਨੇ। ਇੱਕ ਕਹਾਣੀ ਲਿਖ ਕੇ ਮੈਨੂੰ ਤਸੱਲੀ ਹੋਊਗੀ ਕਿ ਨਹੀਂ ਹੋਊਗੀ, ਹੋਰ ਲਿਖਣੀਆਂ ਚਾਹੁੰਦਾ ਕਿ ਨਹੀਂ ਚਾਹੁੰਦਾ, ਉਹਦਾ ਕਰੈਕਟਰ ਹੋਰ ਵਾਰ ਆਊਗਾ ਕਿ ਨਹੀਂ ਆਊਗਾ, ਇਹ ਅਗਲੇ ਵੱਖਰੀ ਤਰ੍ਹਾਂ ਦੀਆਂ ਗੱਲਾਂ ਨੇ। ਪਰ ਐਸੇ ਕਰੈਕਟਰ ਨਾ ਪ੍ਰਭਾਵਿਤ ਕਰਦੇ ਨੇ ਤੁਹਾਨੂੰ। ਇੱਕ ਸਾਡੇ ਪਿੰਡ ਦਾ ਫੁੱਫੜ ਸੀਗਾ, ਕਿਉਂਕਿ ਉਹ ਸਾਡੇ ਪਿੰਡ ਉਹਦੇ ਸਹੁਰੇ ਸੀਗੇ ਔਰ ਪਿੰਡ ਰਹਿੰਦਾ ਸੀਗਾ, ਇਸ ਕਰਕੇ ਵੀ ਇੱਕ ਘਰ ਦਾ ਜਵਾਈ, ਸਾਰੇ ਪਿੰਡ ਦਾ ਜਵਾਈ ਫੁੱਫੜ ਕਹਿੰਦੇ ਸੀ ਅਸੀਂ, ਗਿੱਲ ਫੁੱਫੜ। ਜੀਨੀਅਸ ਬੰਦਾ ਸੀਗਾ ਫੁੱਫੜ, ਹੈ ਨਾ। ਉਹ ਉਦੋਂ ਮਤਲਬ ਮੈਂ ਛੋਟਾ ਸੀਗਾ, ਹੁਣ ਬੜੇ ਸਾਲ ਹੋ ਗਏ ਉਹਨਾਂ ਨੂੰ ਗੁਜ਼ਰਿਆ। ਜੇ ਅੱਜ ਜਿਉਂਦੇ ਹੋਣ ਤਾਂ ਅੱਜ ਉਹਨਾਂ ਨਾਲ ਹੋਰ ਕਿਸਮ ਦੀਆਂ ਗੱਲਾਂ ਕਰਾਂ, ਪਰ ਉਦੋਂ ਛੋਟੇ ਹੁੰਦਿਆਂ ਇੰਨਾ ਪਤਾ ਨਹੀਂ ਸੀਗਾ। ਪਰ ਫੁੱਫੜ ਜੀਨੀਅਸ ਸੀਗਾ, ਮੈਂ ਦੇਖਿਆ ਉਹਦੀਆਂ ਗੱਲਾਂ, ਉਹਦਾ ਢੰਗ, ਪੜ੍ਹਨਾ ਲਿਖਣਾ। ਮਤਲਬ ਕਮਾਲ ਦੀ ਗੱਲ ਇਹ ਸੀਗੀ ਵੀ ਉਸ ਥਾਂ ਵੀ, ਉਸ ਪਿੰਡ ਵਿੱਚ ਵੀ ਮੈਨੂੰ ਇਬਰਾਹਿਮ ਟੀ ਕਪੂਰ ਦੀ ਕਿਤਾਬ ਤੇ ਦੇਵਪੁਰ ਸ਼ਹਾਰਗੇ, ਇੱਕ ਬੜੀ ਚਰਚਿਤ ਕਿਤਾਬ ਆ, ਤੁਸੀਂ ਨਾ ਸੁਣਿਆ ਹੋਣਾ, ਫੁੱਫੜ ਲਿਆ ਕੇ ਦੇ ਰਿਹਾ ਪੜ੍ਹਨ ਨੂੰ। ਵਾਹ, ਪੂਰੇ ਮੈਨੂੰ ਲੱਗਦਾ ਕਿ ਪਿੰਡ ਕੀ ਪੂਰੀ ਬੈਲਟ ਦੇ ਵਿੱਚ ਵਾਹਿਦ ਬੰਦਾ ਸੀਗਾ ਵੀ ਜਿਹਨੂੰ ਉਸ ਕਿਤਾਬ ਦਾ ਪਤਾ, ਜਿਹਨੇ ਉਹ ਕਿਤਾਬ ਪੜ੍ਹੀ ਔਰ ਜਿਹਦੇ ਕੋਲੇ ਉਹ ਕਿਤਾਬ ਹੈਗੀ ਆ, ਮੈਨੂੰ ਲਿਆ ਕੇ ਦੇ ਰਿਹਾ। ਹਾਲਾਂਕਿ ਮੈਂ ਛੋਟਾ ਸੀਗਾ, ਮੈਨੂੰ ਉਨੀ ਸਮਝ ਨਾ ਆਈ ਹੋਵੇ, ਮੈਨੂੰ ਕੀ ਪੱਲੇ ਪਿਆ, ਉਹਦੇ ਚੋਂ ਵੱਖਰੀਆਂ ਗੱਲਾਂ ਨੇ। ਪਰ ਕਮਾਲ ਦੀ ਗੱਲ ਇਹ ਸੀਗੀ ਵੀ ਫੁੱਫੜ ਲਿਆ ਕੇ ਦੇ ਰਿਹਾ ਉਹ ਕਿਤਾਬ, ਵੀ ਇਹ ਕਿਤਾਬ ਪੜ੍ਹ। ਮੈਂ ਜਦੋਂ ਨਹੀਂ ਸੀ ਜਾਣਦਾ ਸਕੂਲ ਪੜ੍ਹਦਿਆਂ, ਉਦੋਂ ਜਸਵੰਤ ਕਵਲ ਦੀਆਂ ਗੱਲਾਂ ਕਰਦਾ ਸੀ, ਉਦੋਂ ਚਾਚੇ ਚੰਡੀਗੜ੍ਹੀਆਂ ਦੀਆਂ ਗੱਲਾਂ, ਗੁਰਨਾਮ ਸਿੰਘ ਧੀਰ ਦੀਆਂ ਗੱਲਾਂ। ਸੋ ਐਸੇ ਬੰਦੇ ਜਿਹੜੇ ਨੇ ਨਾ, ਐਸੇ ਬੰਦੇ ਬਹੁਤ ਸ਼ਿੱਦਤ ਨਾਲ ਕਹਿੰਦੇ ਨੇ ਕਿ ਸਾਡੀ ਗੱਲ ਕਰ, ਹੈ ਨਾ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਇਹਨਾਂ ਬੰਦਿਆਂ ਨੂੰ ਬਾਰ-ਬਾਰ ਫੜਿਆ ਜਾਵੇ ਜਾਂ ਇਹਨਾਂ ਬਾਰੇ ਕੋਈ ਗੱਲ ਕੀਤੀ ਜਾਵੇ, ਚੰਗਾ ਲੱਗਦਾ ਬਸ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਜੀ। ਸੋ ਗੱਲਾਂ ਆਪਾਂ ਜੀ ਹੋਰ ਬਹੁਤ ਸਾਰੀਆਂ ਕਰਨੀਆਂ ਨੇ, ਪਰ ਆਪਾਂ ਨੂੰ ਸਮੇਂ ਦੀ ਵੀ ਸੀਮਾ ਦੇਖਣੀ ਪੈਣੀ, ਹੈ ਨਾ। ਸੋ ਲਾਸਟ ਤੇ ਮੇਰਾ ਸਵਾਲ ਆ ਵੀ ਹੋਰ ਇਹਨਾਂ ਦਿਨਾਂ 'ਚ ਜਿਵੇਂ ਤੁਹਾਡੇ 4 ਕਹਾਣੀ ਸੰਗ੍ਰਹਿ ਆ ਚੁੱਕੇ ਹੁਣ ਤੱਕ, ਤੇ ਮੈਨੂੰ ਲੱਗਦਾ ਜਿੱਥੇ ਦਰਸ਼ਕਾਂ ਵੱਲੋਂ, ਪਾਠਕਾਂ ਵੱਲੋਂ ਸਰਾਹਿਆ ਗਿਆ, ਉੱਥੇ ਤੁਹਾਡੇ 2 ਪਹਿਲੀਆਂ ਕਿਤਾਬਾਂ ਨੂੰ ਵੱਡੇ ਇਨਾਮ ਵੀ ਮਿਲੇ ਨੇ, ਹਨਾ। ਚਲੋ ਇਹਨੇ ਨਾਲ ਲੇਖਕ ਦੀ ਹੋਰ ਪਛਾਣ ਵੱਧਦੀ ਹੈ, ਹਨਾ, ਉਹਦਾ ਦਾਇਰਾ ਵੱਧਦਾ। ਸੋ ਇਹਨਾਂ ਦਿਨਾਂ ਦੇ ਵਿੱਚ ਕੀ ਨਵਾਂ ਕਰ ਰਹੇ ਹੋ ਜਾਂ ਕਿਹੋ ਜਿਹੀਆਂ ਕਹਾਣੀਆਂ ਸਿਰਜ ਰਹੇ ਹੋ, ਕੀ ਚੱਲ ਰਿਹਾ? ਨਵਾਂ ਕੁਝ ਖਾਸ ਵੈਸੇ ਇਹਨਾਂ ਦਿਨਾਂ 'ਚ ਨਹੀਂ ਕੀਤਾ ਗਿਆ, ਕਈ ਕਾਰਨਾਂ ਕਰਕੇ ਜੀ। ਪਰ ਫਿਰ ਵੀ ਇਹ ਹੁੰਦਾ ਕਿ ਕਦੂਕਾ ਕਹਾਣੀਆਂ ਪਹਿਲਾਂ ਮੈਗਜ਼ੀਨਾਂ ਦੇ ਵਿੱਚ ਛਪੀਆਂ ਹੁੰਦੀਆਂ, ਫਿਰ ਅੱਗੇ ਜਾ ਕੇ ਉਹਨਾਂ ਨੇ ਕਿਤਾਬੀ ਰੂਪ ਲੈਣਾ ਹੁੰਦਾ, ਉਹ ਇੱਕ ਆਪਣੀ ਤਰ੍ਹਾਂ ਦਾ ਚੱਲਦਾ ਰਹਿੰਦਾ ਕੰਮ। ਪਰ ਫਿਰ ਵੀ ਅਸੀਂ ਪਿੱਛੇ ਜੇ ਇੱਕ ਕਿਤਾਬ ਰਵੀ ਸਾਹਿਤ ਵਾਲਿਆਂ ਨੇ ਕੀਤੀ ਸੀਗੀ, 11 ਕਹਾਣੀਆਂ ਸੀ, ਉਹਦੇ 'ਚ 94 ਕੀਤੀਆਂ ਸੀ ਡਾਕਟਰ ਮਨਰੀਤ ਹੁਣਾਂ ਦੀ ਸੰਪਾਦਨਾ ਦੇ ਹੇਠ। ਸੋ ਨਵਾਂ ਕੰਮ ਉਹੀ ਸੀਗਾ, 4 ਕਿਤਾਬਾਂ ਦੇ ਵਿੱਚੋਂ ਕੁਝ ਸਿਲੈਕਟਡ ਕਹਾਣੀਆਂ ਨੂੰ ਲੈ ਕੇ, ਤਾਂ ਉਹ 94 ਕਹਾਣੀਆਂ ਦਾ ਨਾਂ ਦੇ ਕੇ 11 94 ਕਹਾਣੀਆਂ ਦਾ ਉਹ ਅਸੀਂ ਇੱਕ ਬਹੁਤ ਖੂਬਸੂਰਤ ਕਿਤਾਬ ਛਾਪੀ ਆ ਪਿੱਛੇ। ਬਾਕੀ ਜਿਹੜਾ ਨਵਾਂ ਕੁਝ ਲਿਖਣ ਦਾ, ਉਹ ਜਦੋਂ ਵੀ ਕੁਝ ਲਿਖਿਆ ਜਾਂਦਾ ਤਾਂ ਪੰਜਾਬੀ ਦੇ
ਵੱਡੇ ਜਿਹੜੇ ਰਸਾਲੇ ਨੇ ਉਹਨਾਂ ਦੇ ਰਾਹੀਂ ਪਾਠਕਾਂ ਤੱਕ ਪਹੁੰਚਦਾ ਹੀ ਰਹਿੰਦਾ। ਜੀ ਜੀ। ਸੋ ਸਮਾਂ ਦੇਣ ਲਈ ਬਹੁਤ ਸ਼ੁਕਰੀਆ। ਅਜੇ ਗੱਲਾਂ ਬਹੁਤ ਕਰਨੀਆਂ ਨੇ, ਬਹੁਤ ਹੋ ਸਕਦੀਆਂ ਨੇ, ਕਰਨੀਆਂ ਨੇ, ਪਰ ਆਪਾਂ ਅਗਲੀ ਮਿਲਣੀ ਦੇ ਵਿੱਚ ਇਦਾਂ ਦਾ ਸਬਬ ਬਣਾਵਾਂਗੇ, ਫਿਰ ਤੋਂ ਆਪਾਂ ਰਿਕਾਰਡ ਕਰ ਜੀ ਸਕਦੇ। ਜੀ। ਹੁਣ ਮੈਨੂੰ ਲੱਗਦਾ ਸੀ ਵੀ 30-35 ਮਿੰਟ ਹੋ ਗਏ ਨੇ, ਵੀ ਇਨਫ ਨੇ, ਫਿਰ ਆਪਾਂ ਅੱਗੇ ਕਰਾਂਗੇ, ਹਨਾ। ਠੀਕ ਹੈ। ਸੋ ਦਿਲੋਂ ਧੰਨਵਾਦ, ਵਕਤ ਦਿੱਤਾ, ਸ਼ੁਕਰੀਆ ਤੁਹਾਡਾ ਵੀ। ਸਾਂਝੀਆਂ ਹੋਈਆਂ। ਖਾਸੀ ਦੂਰੋਂ ਤੁਸੀਂ ਚੱਲ ਕੇ ਆਏ, ਹਾਲਾਂਕਿ ਤੁਸੀਂ ਮਤਲਬ ਇਹੀ ਆਪਣੀ ਧਰਤੀ ਇੱਕੋ ਆ, ਪਰ ਫਿਰ ਵੀ ਹਨਾ ਇੰਨੀ ਦੂਰੋਂ ਸ਼ਡਿਊਲ ਬਣਾ ਕੇ ਔਰ ਲੈ ਕੇ ਆਪਣਾ ਸਾਰਾ ਤਾਮਝਾਮ ਪਹੁੰਚੇ। ਤੁਹਾਡਾ ਵੀ ਧੰਨਵਾਦ ਗੱਲਾਂ ਕਰਨ ਲਈ, ਸ਼ੁਕਰੀਆ ਜੀ ਜੀ। ਦਰਸ਼ਕੋ, ਇਹ ਸਨ ਸਿਮਰਨ ਧਾਲੀਵਾਲ, ਜਿਹੜੇ ਇਸ ਵਕਤ ਪੰਜਾਬੀ ਕਹਾਣੀ ਦੀ ਗੱਲ ਕਰੀਏ ਤਾਂ ਪੰਜਾਬੀ ਕਹਾਣੀ ਦੀ ਗੱਲ ਉਹਨਾਂ ਦੇ ਨਾਂ ਤੋਂ ਬਗੈਰ ਨਹੀਂ ਅੱਗੇ ਤੁਰਦੀ। ਸੋ ਬਹੁਤ ਮੁੱਲਵਾਨ, ਬੜੀਆਂ ਕੀਮਤੀ, ਬਹੁਤ ਹੀ ਪਿਆਰੀਆਂ ਗੱਲਾਂ ਹੋਈਆਂ। ਗੱਲਾਂ ਜੇ ਸਾਡੀਆਂ ਆਪਣੀਆਂ ਬਹੁਤ ਰਹਿ ਗਈਆਂ ਨਿੱਜੀ, ਉਹ ਕਿਤੇ ਫੇਰ ਅਸੀਂ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਪਲੱਸ ਟੀਵੀ। ਧੰਨਵਾਦ।